ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ। ਮੁਕਾਮ ਕਰ ਘਰ ਵੈਸਨਾ ਨਿਤ ਚਲਣੈ ਕੀ ਧੋਖਾ। ਮੁਕਾਮ ਤਾ ਪਰ ਜਾਣੀਐ ਜਾ ਰਹਿ ਨਿਹਚਲ ਲੋਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਭਾਈ ਮਰਦਾਨੇ ਦੇ ਬੇਨਤੀ ਕਰਨ ਤੇ ਆਪ ਹੀ ਕਰਨ ਕਾਰਨ ਸਤਿਗੁਰੂ ਨੇ ਕਾਰਨ ਬਣਾਇਆ ਹੈ। ਮੱਕੇ ਗਏ ਹਨ, ਉਪਦੇਸ਼ ਦਿੱਤਾ ਹੈ, ਮਦੀਨੇ ਪਹੁੰਚੇ ਹਨ ਜਿੱਥੇ ਮੁਹੰਮਦ ਜੀ ਦੀ ਕਬਰ ਬਣੀ ਹੋਈ ਹੈ। ਭਾਈ ਮਰਦਾਨਾ ਜਾ ਕੇ ਵਾਪਸ ਆਏ ਹਨ। ਕਹਿਣ ਲੱਗੇ ਉੱਥੇ ਤਾਂ ਸਿਰਫ ਉਹਨਾਂ ਦੀ ਥਾਂ ਬਣੀ ਹੋਈ ਹੈ, ਦੇਖ ਆਇਆ ਹਾਂ। ਔਰ ਮਹਾਰਾਜ ਸੱਚੇ ਪਾਤਸ਼ਾਹ ਖੜਾਵਾਂ ਪਹਿਰ ਕੇ ਚਰਨਾਂ ਵਿੱਚ ਆਪ ਅੱਗੇ ਗਏ ਹਨ। ਉੱਥੇ ਬੈਠੇ ਹੋਏ ਮਲਾਣੇ ਕਹਿਣ ਲੱਗੇ ਤੁਹਾਨੂੰ ਨਹੀਂ ਪਤਾ ਇਹ ਬੜੀ ਪਵਿੱਤਰ ਥਾਂ ਹੈ, ਤੁਸੀਂ ਇੱਥੇ ਖੜਾਵਾਂ ਪਹਿਨ ਕੇ ਆ ਰਹੇ ਹੋ, ਤੁਹਾਡੀ ਮੱਤ ਅਣਜਾਣ ਹੈ, ਇਹ ਬੜੀ ਯਾਤਰਾ ਦੀ ਥਾਂ ਹੈ, ਤੁਸੀਂ ਅਦਬ ਨਹੀਂ ਕੀਤਾ ਹੈ, ਇਹ ਰਸੂਲ ਮੁਕਾਮ ਹੈ, ਪਿੱਛੇ ਹਟ ਜਾਓ। ਹੁਣ ਜਦੋਂ ਮਹਾਰਾਜ ਨੂੰ ਇਹ ਕਿਹਾ, ਸਤਿਗੁਰੂ ਮਹਾਰਾਜ ਉੱਥੇ ਸੱਜ ਕਰਕੇ ਉਰੇ ਹੀ ਸ਼ਬਦ ਗਾਇਨ ਕੀਤਾ ਹੈ ਤੇ ਮੁਕਾਮ ਤੁਸੀਂ ਬੋਲਿਆ। ਮੁਕਾਮ ਕਹਿੰਦੇ ਨੇ ਪੱਕੇ ਨੂੰ, ਜਿਹੜਾ ਨਾਸ ਨਾ ਹੋਵੇ। ਮੁਕਾਮ ਤਾਂ ਸਿਰਫ ਇੱਕ ਸਤਿਗੁਰੂ ਫਰਮਾਉਂਦੇ ਨੇ ਕਿ ਪ੍ਰਮਾਤਮਾ ਹੀ ਹੈ। ਇਸ ਕਰਕੇ ਆਓ ਤੁਹਾਨੂੰ ਦੱਸਦੇ ਹਾਂ ਕਿ ਮੁਕਾਮ ਕੀ ਹੈ ਤੇ ਕੀ ਨਹੀਂ ਹੈ। ਇਸ ਸ਼ਬਦ ਦੇ ਰਾਹੀਂ ਸ੍ਰੀ ਰਾਗ ਵਿੱਚ ਅਸ਼ਟਪਦੀਆਂ ਹਨ। ਇਹ 8 ਪੌੜੀਆਂ ਦਾ ਸ਼ਬਦ ਹੈ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸ੍ਰੀ ਰਾਗ ਦਾ ਸ਼ਬਦ। ਪਹਿਲਾਂ ਵੀ ਅੰਮ੍ਰਿਤ ਵੇਲੇ ਦੀ ਕਥਾ ਸੁਣਿਆ ਆਪਾਂ ਨੇ। ਘਰ ਦੂਜਾ, ਦੂਜੇ ਘਰ ਸੁਰ ਤਾਲ 'ਚ ਗਾਉਣ ਦਾ ਹੁਕਮ ਹੈ ਕੀਰਤਨ ਵਾਲਿਆਂ ਨੂੰ। ਸਤਿਗੁਰੂ ਮਹਾਰਾਜ ਜੀ ਰਹਾਉ ਦੀ ਤੁਕ 'ਚ ਫਰਮਾਉਂਦੇ ਨੇ, ਦੁਨੀਆ ਕੈਸ ਮੁਕਾਮੇ। ਇਹ ਜਿਹੜੀ ਦੁਨੀਆ ਹੈ ਇਹ ਕਿਵੇਂ ਮੁਕਾਮ ਤੋਂ ਭਾਵ ਸਥਿਤ ਰਹਿ ਸਕਦੀ ਹੈ? ਇਹ ਤਾਂ ਆਉਣੀ ਜਾਣੀ ਖੇਡ ਹੈ। ਕਰ ਸਿਦਕ ਕਰਨੀ ਖਰਚ ਬੰਦ ਹੋ ਲਾਗ ਰਹੋ ਨਾਮੇ। ਇਸ ਦੁਨੀਆ ਦੇ ਅੰਦਰ ਸਿਦਕ ਰੱਖੋ ਅਤੇ ਕਰਨੀ ਜਿਹੜੀ ਭਗਤੀ ਦੀ, ਇਹਦਾ ਖਰਚ ਬੰਨ੍ਹ ਕੇ ਨਾਮ ਦੇ ਵਿੱਚ ਜੁੜੇ ਰਹੋ। ਸਿਦਕ, ਸਬਰ, ਸੰਤੋਖ ਰੱਖਣਾ ਚਾਹੀਦਾ ਇਨਸਾਨ ਨੂੰ। ਆਓ ਤੁਹਾਨੂੰ ਦੱਸਦੇ ਹਾਂ ਕਿ ਜੋ ਇੱਕ ਥਾਂ ਦੇ ਉੱਤੇ ਟਿਕਣ ਵਾਲਾ ਪਰਮਾਤਮਾ ਹੈ, ਬਾਕੀ ਕੋਈ ਵੀ ਮੁਕਾਮ ਨਹੀਂ ਹੈ। ਮੁਕਾਮ ਕਰ ਘਰ ਵੈਸਣਾ ਨਿਤ ਚਲਣੈ ਕੀ ਧੋਖਾ। ਜਿਹੜਾ ਆਪਣੇ ਘਰ ਦੇ ਵਿੱਚ ਬੈਠੇ ਹੋ ਜਾਂ ਘਰਾਂ 'ਚ ਲੋਕ ਬੈਠੇ ਨੇ ਮੁਕਾਮ ਜਾਣ ਕੇ, ਮੁਕਾਮ ਹੁੰਦਾ ਪੱਕੀ ਸਥਿਤੀ ਹੋਣੀ ਕਿ ਮੈਂ ਹੁਣ ਇੱਥੇ ਪੱਕਾ ਹੋ ਗਿਆ, ਪੱਕਾ ਬੈਠ ਗਿਆ, ਮੇਰਾ ਘਰ ਹੈ, ਮੇਰੀ ਰਜਿਸਟਰੀ ਹੈ, ਕੋਈ ਹਿਲਾ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਸਾਨੂੰ ਤਾਂ ਨਿਤ ਚੱਲਣਾ ਕੀ ਧੋਖ ਹੁੰਦੀ, ਚਿੰਤਾ ਹੀ ਲੱਗੀ ਰਹਿੰਦੀ ਆ। ਸੋ ਜਿਵੇਂ ਚੌਥੇ ਪਾਤਸ਼ਾਹ ਸ਼ਬਦ ਹੈ, ਮਤ ਜਾਪੈ ਸਾਹੁ ਆਵੈ ਕਿ ਨਾ ਆਵੈ ਰਾਮ। ਜਿਵੇਂ ਗੁਰੂ ਨਾਨਕ ਦੇਵ ਜੀ ਦਾ ਅੱਗੇ ਪ੍ਰਸੰਗ ਆਏਗਾ ਸਿਆਲਕੋਟ ਦਾ, ਉੱਥੇ ਜਾ ਕੇ ਪੁੱਛਿਆ ਸੀ ਮਹਾਰਾਜ ਜੀ ਨੇ, ਭਾਈ ਮਰਦਾਨਾ ਇਹਨੂੰ ਕਿੰਨਾ ਕੁ ਯਕੀਨ ਆ ਜ਼ਿੰਦਗੀ ਤੇ? ਸਭ ਤੋਂ ਪਹਿਲਾਂ ਮੂਲੇ ਖੱਤਰੀ ਨੂੰ ਪੁੱਛਿਆ। ਸੋ ਕਹਿਣ ਲੱਗਿਆ, ਮਹਾਰਾਜ ਕੀ ਪਤਾ ਕੱਲ੍ਹ ਦਾ ਦਿਨ ਆਉਂਦਾ ਕਿ ਨਹੀਂ ਆਉਂਦਾ। ਭਾਈ ਮਰਦਾਨਾ ਕਹਿਣ ਲੱਗੇ ਸ਼ਾਮ ਆਉਂਦੀ ਕਿ ਨਹੀਂ ਆਉਂਦੀ। ਭਾਈ ਬਾਲਾ ਜੀ ਕਹਿਣ ਲੱਗੇ ਘੜੀ ਦਾ ਕੀ ਭਰੋਸਾ ਹੈ ਮਹਾਰਾਜ। ਸਤਿਗੁਰੂ ਕਹਿੰਦੇ ਤੁਸੀਂ ਤਾਂ ਬਹੁਤ ਭਰੋਸਾ ਰੱਖ ਕੇ ਬੈਠੇ ਹੋ, ਅਸੀਂ ਤਾਂ ਇਹ ਕਹਿੰਦੇ ਅਗਲਾ ਸਾਹ ਆਉਂਦਾ ਕਿ ਨਹੀਂ ਆਉਂਦਾ। ਇੰਨਾ ਹੈ ਧੋਖ, ਚਿੰਤਾ ਲੱਗੀ ਹੋਈ ਹੈ ਕਿ ਆਪਾਂ ਘਰਾਂ ਵਿੱਚ ਪੱਕੇ ਸਥਿਤ ਹੋ ਕੇ ਬੈਠਦੇ ਹਾਂ
ਪਰ ਇਹ ਘਰ ਪੱਕੇ ਨਹੀਂ, ਸਰੀਰ ਪੱਕੇ ਨਹੀਂ ਹਨ। ਮੁਕਾਮ ਤਾ ਪਰ ਜਾਣੀਐ, ਜਾ ਰਹਿ ਨਿਸ਼ਚਲ ਲੋਕ। ਆਪਾਂ ਹਰ ਇੱਕ ਚੀਜ਼ ਨੂੰ, ਹਰ ਇੱਕ ਥਾਂ ਨੂੰ, ਧਰਤੀ ਨੂੰ, ਅਸਮਾਨ ਤਾਰਿਆਂ ਨੂੰ ਤਾਂ ਮੁਕਾਮ ਜਾਣੀਏ ਪੱਕੇ, ਜਾਂ ਇਹ ਲੋਕ ਜਿਹੜਾ ਨਿਸ਼ਚਲ, ਇਹ ਲੋਕ ਨਿਸ਼ਚਲ ਰਵੇ, ਪੱਕਾ ਰਵੇ। ਸ਼ਿਵ ਲੋਕ ਹੈ, ਬ੍ਰਹਮ ਲੋਕ ਹੈ, ਉੱਤੇ ਕਈ ਲੋਕ ਨੇ। ਉਹ ਲੋਕ ਜਿਹੜੇ ਨੇ ਪਰਲੋਕ ਆਦਿਕ, ਕੋਈ ਚੀਜ਼ ਵੀ ਨਿਸ਼ਚਲ ਰਹਿਣ ਵਾਲੀ ਨਹੀਂ ਹੈ। ਜਦੋਂ ਐਡੀਆਂ ਐਡੀਆਂ ਵੱਡੀਆਂ ਚੀਜ਼ਾਂ ਚਲੀਆਂ ਜਾਣੀਆਂ ਤਾਂ ਫਿਰ ਮੁਕਾਮ ਇੱਥੇ ਕੌਣ ਹੈ? ਜੋਗੀ ਤਾਂ ਆਸਨ ਕਰ ਬਹਿ, ਮੁੱਲਾ ਬਹਿ ਮੁਕਾਮ। ਹੁਣ ਜਿਹੜੇ ਰਹਾਉ ਦੀ ਤੁਕ ਤੋਂ ਬਾਅਦ ਕਹਿੰਦੇ ਨੇ ਜੋਗੀ ਤਾਂ ਆਪਣੇ ਆਸਣ ਕਰਕੇ ਬੈਠੇ ਨੇ ਪੱਕੇ, ਉਹਨਾਂ ਨੇ ਤਾਂ ਆਪਣੀਆਂ ਆਸਣ ਤੇ ਕਿਸੇ ਨੂੰ ਖੰਘਣ ਨਹੀਂ ਦਿੰਦੇ ਵੀ ਨੇੜੇ ਨਾ ਲੱਗ ਜੀ ਮੇਰੇ ਆਸਣ ਦੇ, ਇਹ ਮੇਰਾ ਆਸਣ ਹੈ। ਜੋਗੀ ਆਪਣਾ ਆਸਣ ਪੱਕਾ ਕਰਕੇ ਬੈਠੇ ਆ, ਮੁੱਲਾਂ ਆਪਣੇ ਆਸਣ ਤੇ ਮੁਕਾਮ ਬੈਠੇ ਆ, ਉਹ ਨਹੀਂ ਹਿਲਦੇ ਉੱਥੋਂ, ਇਹ ਮੇਰਾ ਪੱਕਾ ਅੱਡਾ ਹੈ। ਪੰਡਤ ਬਖਾਣੈ ਪੋਥੀਆਂ, ਸਿੱਧ ਬਹਿ ਦੇਵ ਸਥਾਨ। ਪੰਡਤ ਲੋਕ ਪੋਥੀਆਂ ਦੇ ਵਿੱਚ ਪੜ੍ਹ ਕੇ ਗਿਆਨ ਸੁਣਾਉਂਦੇ ਨੇ, ਤੇ ਸਿੱਧ ਲੋਕ ਜਿਹੜੇ ਦੇਵ ਸਥਾਨ ਹੈ ਸੁਮੇਰ ਪਰਬਤ, ਉਹ ਸੁਮੇਰ ਪਰਬਤ ਤੇ ਸਮਾਧੀਆਂ ਲਾ ਕੇ ਬੈਠੇ ਨੇ। ਸੁਰ ਸਿੱਧ ਗਣ ਗੰਧਰਵ ਮੁਨ ਜਨ, ਸੇਖ ਪੀਰ ਸਲਾਰ। ਸੁਰ ਹੁੰਦੇ ਦੇਵਤੇ ਤੇ ਸਿੱਧ 84 ਗਣ ਹੁੰਦੇ ਨੇ, ਟਾਉਣਾ ਤੇ ਛਾਉਣਾ, ਇਹ ਸ਼ਿਵਜੀ ਹੁਣਾਂ ਦੇ ਗਣ ਨੇ। ਗੰਧਰਵ ਹਾਹਾ ਹੂ ਹੂ, ਇਹ ਜਿਨ੍ਹਾਂ ਨੇ ਸਹਿਜ ਪਾਠ ਕੀਤਾ ਉਹਨਾਂ ਨੂੰ ਪਤਾ, ਨਹੀਂ ਤਾਂ ਅਗਲਾ ਕਹੂਗਾ ਵੀ ਇਹ ਕਥਾ 'ਚ ਉਹੀ ਹਾਹਾ ਹੂ ਹੂ ਕਹੀ ਜਾਂਦਾ। ਪਾਠੀਆਂ ਨੂੰ ਪਤਾ ਹਾਹਾ ਹੂ ਹੂ ਪਾਠ ਕਿੱਥੇ ਆਉਂਦਾ। ਟਾਉਣਾ ਤੇ ਛਾਉਣਾ, ਇਹ ਜਿਹੜੇ ਨੇ ਗਣ ਹੁੰਦੇ ਨੇ ਸ਼ਿਵ ਜੀ ਦੇ, ਤੇ ਗੰਧਰਵ ਹੁੰਦੇ ਦੇਵਤਿਆਂ ਦੇ, ਮੌਨ ਹੁੰਦੇ ਨੇ ਮੁਨੀ ਜਨ, ਤੇ ਸ਼ੇਖ ਹੁੰਦੇ ਨੇ ਬਜ਼ੁਰਗ ਜਿਹੜੇ ਮੁਸਲਮਾਨਾਂ 'ਚ, ਪੀਰ ਹੁੰਦੇ ਜਿਹੜੇ ਭਗਤੀ ਕਰਕੇ ਬਣਦੇ ਨੇ, ਸਲਾਰ ਹੁੰਦੇ ਜਿਹੜੇ ਵੱਡੇ ਸਰਦਾਰ ਹਨ। ਦਰ ਕੂਚ ਕੂਚਾ ਕਰ ਗਏ, ਅਬਰੇ ਭੇ ਚੱਲੜ ਹਾਰ। ਸੋ ਕੂਚ ਦਰ ਕੂਚ ਕਰ ਗਏ ਅੱਜ ਤੱਕ ਜਿੰਨੇ ਵੀ ਆਏ ਨੇ ਦੁਨੀਆ ਦੇ ਅੰਦਰ। ਇੱਥੇ ਸਲਾਰ ਦਾ ਮਤਲਬ ਸਰਦਾਰ ਆਪਾਂ ਕੀਤਾ, ਸਰਦਾਰ ਦਾ ਅਰਥ ਇੱਥੇ ਫੌਜਾਂ ਦਾ ਸਰਦਾਰ, ਕੋਈ 5000 ਕੋਈ 10,000 ਕੋਈ 50,000 ਸਰਦਾਰ। ਇੱਕ ਤਾਂ ਉਹ ਸਰਦਾਰ ਹੁੰਦਾ ਜਿਵੇਂ ਸਿੱਖ ਨੂੰ ਵੀ ਸਰਦਾਰ ਕਹਿ ਦਿੰਦੇ ਨੇ, ਪਰ ਇਹ ਸਰਦਾਰ ਇੱਥੇ ਉਹ ਕਹੇ ਨੇ ਜਿਹੜੇ ਸਰਦਾਰੀਆਂ ਕਰਦੇ ਨੇ ਵੱਡੀਆਂ ਫੌਜਾਂ ਦੇ ਉੱਤੇ, ਜਰਨੈਲ ਫੌਜਾਂ ਦੇ। ਕੂਚ ਦਰ ਕੂਚ ਕਰਕੇ ਅਵਰੇ ਪੇ ਚੱਲਣਹਾਰ, ਹੋਰ ਵੀ ਜਿਹੜੇ ਬਣੇ ਨੇ ਸੰਸਾਰ ਦੇ ਅੰਦਰ ਉਹ ਵੀ ਚਲੇ ਜਾਣੇ ਹਨ। ਸੁਲਤਾਨ ਖਾਨ ਮਲੂਕਾ, ਉਮਰੇ ਗਏ ਕਰ ਕਰ ਕੂਚ। ਕਿਹੜੇ ਕਿਹੜੇ ਕੂਚ ਕਰਕੇ ਦੁਨੀਆ 'ਚੋਂ ਵੱਡੇ ਵੱਡੇ ਸੁਲਤਾਨ ਹੋਏ ਨੇ। ਮਹਾਰਾਜ ਕਹਿਣ ਲੱਗੇ ਜਿਹੜੇ ਸੁਲਤਾਨ ਹੋਏ ਨੇ ਹੁਣ ਤੱਕ, ਚੱਕਰਵਰਤੀ ਬਾਦਸ਼ਾਹ ਹੋਏ ਨੇ ਦੁਨੀਆ 'ਚ, ਅੱਜ ਤੱਕ ਗਿਣ ਕੇ ਦੇਖੋ ਕਿੰਨੇ ਹੋਏ ਨੇ। ਉਹਨਾਂ 'ਚੋਂ ਕਿਹੜਾ ਬਚਿਆ ਹੁਣ ਤੱਕ? ਵੱਡੇ ਵੱਡੇ ਖਾਨ ਮਲੂਕ ਜਿਹੜੇ ਬਲੋਚਾਂ ਦੇ ਵਿੱਚ ਹੁੰਦੇ ਨੇ, ਉਮਰੇ ਜਿਹੜੇ ਹੁਣੇ ਉਮਰਾਓ, ਇਹ ਵੀ ਸਾਰੇ ਕੂਚ ਕਰ ਗਏ। ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਭੇ ਪਹੁੰਚਾ। ਘੜੀ ਹੁੰਦੀ ਹੈ ਇੱਕ ਘੜੀ 24 ਮਿੰਟਾਂ ਦੀ, 24.5 ਮਿੰਟਾਂ ਦੀ। ਮੋਹਤ ਹੁੰਦਾ ਅੱਧੀ ਘੜੀ, 12 ਕੁ ਮਿੰਟ ਲੱਗਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਘੜੀ ਨੂੰ, ਅੱਧੀ ਘੜੀ ਨੂੰ ਚੱਲ ਹੀ ਪੈਣਾ ਬਸ ਦੁਨੀਆ ਦੇ ਬੰਦੋਂ, ਸੰਸਾਰ ਦੇ ਵਿੱਚ ਉਹ ਜਿਹੜੇ ਹੁੰਦੇ ਨੇ ਬੰਦੇ। ਸੋ ਇਸੇ ਪ੍ਰਕਾਰ ਹੀ ਜਿਸ ਤਰ੍ਹਾਂ ਘੜੀ ਮੋਹਤ ਕੇ ਚੱਲਣਾ, ਦਿਲ ਸਮਝ ਤੂੰ ਪੇ ਪੂਜ, ਇਹ ਮੇਰੇ ਦਿਲ ਮੇਰੇ ਮਨਾ ਤੂੰ ਵੀ ਸਮਝ ਪਹੁੰਚੇ ਹੀ ਲੈ। ਬਸ ਵਾਰੀ ਆਈ ਜਾਣੀ ਸਭ ਦੀ, ਤੇ ਤੇਰੀ ਵਾਰੀ ਵੀ ਆ ਹੀ ਜਾਣੀ ਇੱਕ ਦਿਨ। ਸਭ ਦਾਹ ਮਾਹਿ ਵਖਾੜੀ ਐ, ਵਿਰਲਾ ਤਾਂ ਬੁਝੈ ਕੋਈ। ਇਹ ਗੱਲ ਪਹਿਲਾਂ ਤੋਂ ਲੈ ਕੇ ਸ਼ਬਦਾਂ ਦੇ ਵਿੱਚ ਲਿਖੀ ਹੋਈ ਆ, ਪੁਰਾਣੇ ਗ੍ਰੰਥਾਂ ਵਿੱਚ ਵੀ, ਅਸੀਂ ਵੀ ਸ਼ਬਦਾਂ ਵਿੱਚ ਬਹੁਤ ਕਹੀ ਹੈ, ਪਰ ਇਸ ਗੱਲ ਨੂੰ ਕੋਈ ਵਿਰਲਾ ਹੀ ਮਨੁੱਖ ਸਮਝਦਾ ਹੈ। ਨਾਨਕ ਵਖਾੜੈ ਬੇਦਤੀ, ਜਲ ਥਲ ਮਹੀਲ ਸੋਇ। ਨਾਨਕ ਤੋਂ ਭਾਵ ਗੁਰੂ ਨਾਨਕ ਦੇਵ ਜੀ ਵਖਾਣਾ ਕਥਨ ਕਰਦੇ ਨੇ ਬੇਨਤੀ। ਅਸੀਂ ਤਾਂ ਭਾਈ ਬੇਨਤੀ ਪੂਰਵਕ ਕਹਿੰਦੇ ਹਾਂ ਸਾਰਿਆਂ ਨੂੰ ਕਿ ਜਲਾਂ ਵਿੱਚ, ਥਲਾਂ ਵਿੱਚ, ਆਲ ਆਕਾਸ਼ ਵਿੱਚ, ਮਹੀ ਧਰਤੀ ਉੱਤੇ ਸੋਏ ਪਰਮਾਤਮਾ ਹੀ ਮੁਕਾਮ ਹੈ। ਪਰਮਾਤਮਾ ਨੂੰ ਸਿਰਫ ਮੁਕਾਮ ਕਿਹਾ ਜਾ ਸਕਦਾ ਹੈ। ਇਸਤਤ ਰਹਿਣ ਵਾਲਾ ਇੱਕ ਵਾਹਿਗੁਰੂ ਹੈ, ਹੋਰ ਕੋਈ ਨਹੀਂ। ਖੁਦਾ, ਰਾਮ, ਪਰਮੇਸ਼ਰ,
ਇਹੀ ਇੱਕ ਇਸਤਤ ਹੈ। ਅੱਲਾਹ ਲਖ ਅਗੰਮ ਕਾਦਰ ਕਰਨ ਹਾਰ ਕਰੀਮ। ਅੱਲਾਹ ਜੋ ਪਰਮਾਤਮਾ ਹੈ, ਅਲਖ ਜੋ ਲਿਖਿਆ ਨਾ ਜਾਵੇ, ਅਗੰਮ ਜੋ ਖੌਫ ਤੋਂ ਰਹਿਤ ਹੈ, ਕਾਦਰ ਜੋ ਪਾਲਨਹਾਰ ਹੈ, ਕਰਨਹਾਰ ਸਾਰਿਆਂ ਦਾ, ਕਰੀਮ ਜੋ ਬਖਸ਼ਿਸ਼ ਕਰਨ ਵਾਲਾ, ਉਹ ਅਕਾਲ ਪੁਰਖ ਵਾਹਿਗੁਰੂ। ਸਭ ਦੁਨੀਆ ਬਣ ਜਾਵਣੀ ਮੁਕਾਮ ਏਕ ਰਹੀਮ। ਸਾਰੀ ਦੁਨੀਆ ਆਉਣੀ ਜਾਣੀ ਖੇਡ ਹੈ, ਮੁਕਾਮ ਤਾਂ ਸਿਰਫ ਇੱਕ ਰਹੀਮ ਰਹਿਮ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ। ਰਹੀਮ ਰਹਿਮ ਦਿਲ ਜੋ ਹੈ ਅਕਾਲ ਪੁਰਖ ਵਾਹਿਗੁਰੂ, ਕਾਰਨ ਕਰਮ ਰਹੀਮ ਜੋ ਅਕਾਲ ਪੁਰਖ ਵਾਹਿਗੁਰੂ ਹੈ। ਜਾਪ ਸਾਹਿਬ ਦੇ ਵਿੱਚ ਐਸੇ ਬਹੁਤ ਪਾਠ ਮਹਾਰਾਜ ਨੇ ਅਰਬੀ ਫਾਰਸੀ ਦੇ ਕਹੇ ਹਨ। ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ ਲੇਖਾ। ਮਹਾਰਾਜ ਕਹਿਣ ਲੱਗੇ ਮਲਾਣਿਆਂ ਨੂੰ ਕਿ ਤੁਸੀਂ ਕਿਹਾ ਕਿ ਇਹ ਮੁਕਾਮ ਹੈ, ਤੁਹਾਨੂੰ ਪਤਾ ਮੁਕਾਮ ਦਾ ਮਤਲਬ ਕੀ ਹੁੰਦਾ? ਕਹਿਣ ਲੱਗੇ ਮਹਾਰਾਜ ਪਤਾ ਨਹੀਂ ਸਾਨੂੰ, ਮੁਕਾਮ ਤਾਂ ਅਸੀਂ ਤਾਂ ਇਹ ਜਾਣਦੇ ਵੀ ਸਥਿਤ ਰਹਿਣ ਵਾਲਾ। ਸਤਿਗੁਰੂ ਕਹਿੰਦੇ ਨੇ ਮੁਕਾਮ ਤਿਸਨੋ ਆਖੀ ਆ ਜਿਸ ਸਿਸ ਨਾ ਹੋਵੀ ਲੇਖ, ਜਿਹਦੇ ਮੱਥੇ ਤੇ ਲੇਖ ਨਹੀਂ ਹੁੰਦਾ। ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫਰਮਾਏ ਤਿਵ ਤਿਵ ਪਾਹੇ। ਉਹ ਅਕਾਲ ਪੁਰਖ ਵਾਹਿਗੁਰੂ ਜਿਹਦੇ ਮਸਤਕ ਤੇ ਲੇਖ ਨਹੀਂ, ਲੇਖਾਂ ਤੋਂ ਬਿਨਾਂ ਮਨੁੱਖ ਸਾਰਿਆਂ ਦੇ ਸਿਰ ਤੇ ਲੇਖ ਨੇ, ਪੀਰਾਂ ਦੇ ਲੇਖ ਨੇ, ਪੈਗੰਬਰਾਂ ਦੇ ਲੇਖ ਨੇ, ਕਿਹਦੇ ਕਿਹਦੇ ਦੱਸੀਏ, ਸਾਰੇ ਜਾਣੇ ਲੇਖਾਂ 'ਚ ਆਏ ਹੋਏ ਨੇ। ਦਸਵੇਂ ਪਾਤਸ਼ਾਹ ਨੇ ਇੱਥੋਂ ਤੱਕ ਕਿਹਾ ਬ੍ਰਹਮ ਮਹੇਸ਼ਰ ਬਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਂਗੇ। ਬ੍ਰਹਮਾ ਵੀ, ਵਿਸ਼ਨੂੰ ਵੀ, ਮਹੇਸ਼ਰ ਸ਼ਿਵ ਜੀ ਵੀ, ਸਚੀ ਦਾ ਘਰ ਵਾਲਾ ਪਤੀ ਇੰਦਰ ਦੇਵਤਾ ਵੀ, ਇਹਨਾਂ ਨੂੰ ਵੀ ਧਰਮ ਰਾਜੇ ਕੋਲੋਂ ਲੰਘ ਕੇ ਹਿਸਾਬ ਦੇ ਕੇ ਜਾਣਾ ਪੈਂਦਾ, ਲੇਖ ਤੋਂ ਬਿਨਾਂ। ਜੇ ਨਰ ਸ੍ਰੀ ਪਦ ਕੇ ਪ੍ਰਸ ਹੈ ਪਗ, ਤੇ ਨਰ ਫੇਰ ਨਾ ਦੇ ਧਰਾਂਗੇ। ਜਿਹੜੇ ਅਕਾਲ ਪੁਰਖ ਦੇ ਚਰਨਾਂ ਨੂੰ ਲਪਟ ਜਾਂਦੇ ਨੇ, ਅਕਾਲ ਪੁਰਖ ਦੇ ਚਰਨਾਂ ਨਾਲ ਲੱਗ ਜਾਂਦੇ ਨੇ, ਸਿਰਫ ਉਹਨਾਂ ਨੂੰ ਮੁਕਤ ਕਰਦੇ ਪ੍ਰਮਾਤਮਾ। ਗੱਲਾਂ ਇੱਥੇ ਕਰ ਲੈਣੀਆਂ ਸੌਖੀਆਂ ਹੁੰਦੀਆਂ ਸਾਰੇ ਲੋਕਾਂ ਲਈ। ਹਰੇਕ ਕੋਈ ਆਪਣੇ ਜੋ ਹਨ ਵੱਡੇ, ਉਹਨਾਂ ਨੂੰ ਵੱਡੇ ਕਹਿੰਦਾ, ਪਰਮਾਤਮਾ ਵੀ ਬਣਾਉਂਦਾ, ਭਗਵਾਨ ਵੀ ਕਹਿੰਦਾ, ਹਰੇਕ ਕੋਈ ਵੱਡੇ। ਮੈਂ ਮੰਨਦਾ ਕਿ ਸ਼ਰਧਾ ਹੈ ਸਾਰਿਆਂ ਦੀ, ਕੋਈ ਮਾੜਾ ਨਹੀਂ ਕਹਿੰਦਾ, ਸਮਝਣਾ ਵੀ ਇਸ ਤਰ੍ਹਾਂ ਹੀ ਚਾਹੀਦਾ, ਪਰਮੇਸ਼ਰ ਰੂਪ ਹੈ ਸਾਰੇ। ਪਰ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੋ ਬਚਨ ਕਹਿ ਰਹੇ, ਨੂੰ ਸਮਝਣਾ ਚਾਹੀਦਾ ਕਿ ਪ੍ਰਮਾਤਮਾ ਦੇ ਸਿਰ ਤੇ ਲੇਖ ਨਹੀਂ। ਔਰ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਮੁਕਾਮ ਇੱਕ ਪ੍ਰਮਾਤਮਾ ਹੈ, ਬਾਕੀ ਸਾਰੀਆਂ ਹੀ ਚੀਜ਼ਾਂ ਨਾਸਵੰਤ ਨੇ। ਇੱਕ ਦਿਨ ਇਸ ਦੁਨੀਆ ਵਿੱਚੋਂ ਦੇਖੋ ਕੀ ਕੀ ਹੁਣ ਜਾਂਦਾ ਹੈ। ਅਸਮਾਨ ਧਰਤੀ ਚੱਲਸੀ ਮੁਕਾਮ ਉਹੀ ਏਕ। ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਹੋ ਨਾ ਕਿ ਉਹ ਮੁਕਾਮ ਹੈ, ਉਹਦੀ ਥਾਂ। ਕਹਿੰਦੇ ਇੱਕ ਦਿਨ ਅਸਮਾਨ ਦਾ ਨਾਸ ਹੋਣਾ ਲਿਖਿਆ ਨਾ ਕੁਰਾਨ ਸ਼ਰੀਫ 'ਚ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਮਹਾਂਪਰਲੋਂ ਆਉਣੀ ਹੈ, ਧਰਤੀ ਰਹਿਣੀ ਹੈ? ਕਹਿੰਦੇ ਨਹੀਂ ਮਹਾਰਾਜ, ਤਾਰੇ ਰਹਿਣੇ, ਕੁਛ ਨਹੀਂ ਰਹਿਣਾ ਇੱਥੇ। ਅਸਮਾਨ ਧਰਤੀ ਚੱਲ ਸੀ, ਮੁਕਾਮ ਉਹੀ ਏਕ। ਮੁਕਾਮ ਸਥਿਤ ਰਹਿਣ ਵਾਲਾ ਸਿਰਫ ਇੱਕ ਪਰਮਾਤਮਾ ਹੈ। ਇਸ ਕਰਕੇ ਤੁਸੀਂ ਅੱਲਾ ਨੂੰ ਯਾਦ ਕਰੋ, ਖੁਦਾ ਨੂੰ ਵੱਡਾ ਮੰਨੋ। ਖੁਦਾ ਸਭ ਤੋਂ ਵੱਡਾ ਹੈ, ਇੱਕ ਖੁਦਾ ਹੈ। ਸੋ ਅਫਜੂ ਖੁਦਾਇਆ, ਅਫਜੂ ਹੁੰਦਾ ਸਦਾ ਰਹਿਣ ਵਾਲਾ ਖੁਦਾ। ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੁਕਾਮ ਨਹੀਂ ਹਨ। ਮੁਕਾਮ ਇੱਕ ਪਰਮੇਸ਼ਰ ਹੈ। ਇਸੇ ਕਰਕੇ ਇਹਨੇ ਕਿ ਅੱਲਾਹੂ ਅਕਬਰ, ਅਕਬਰ ਨਾਮ ਹੁੰਦਾ ਵੱਡੇ ਦਾ। ਅੱਲਾ ਹੀ ਇੱਕ ਵੱਡਾ ਹੈ, ਅੱਲਾ ਹੀ ਰਹਿਣ ਵਾਲਾ ਹੈ, ਅੱਲਾ ਹੀ ਰਹਿਮ ਕਰਨ ਵਾਲਾ ਹੈ। ਜਿੱਥੇ ਗੁਰੂ ਨਾਨਕ ਸਾਹਿਬ ਗਏ ਨੇ ਉੱਥੇ ਉਹਨਾਂ ਨੇ ਉਸੇ ਢੰਗ ਨਾਲ ਉਪਦੇਸ਼ ਦਿੱਤਾ ਹੈ। ਦਿਨ ਰਵ ਚੱਲੈ ਨਿਸ ਸੱਸ ਚੱਲੈ ਤਾਰ ਕਾ ਲਖ ਪਲੋਏ। ਹੁਣ ਤੁਸੀਂ ਦੇਖੋ ਦਿਨ ਵੀ ਨਾਸ ਹੋ ਜਾਣੇ ਨੇ, ਰਵ ਸੂਰਜ ਵੀ ਨਾਸ ਹੋ ਜਾਣਾ ਹੈ, ਨਿਸ ਰਾਤ ਵੀ ਨਾਸ ਹੋ ਜਾਣੀ ਹੈ, ਸੱਸ ਚੰਦਰਮਾ ਵੀ ਨਾਸ ਹੋ ਜਾਣਾ ਹੈ। ਚੱਲੈ ਤੋਂ ਭਾਵ ਨਾਸ ਹੋਣਾ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਿਕਾ ਲਖ ਪਲੋਏ। ਆ ਜਿਹੜੇ ਤਾਰੇ ਨਜ਼ਰ ਆਉਂਦੇ ਅਸਮਾਨ ਵਿੱਚ, ਇਹ ਵੀ ਨਾਸ ਹੋ ਜਾਣੇ ਨੇ ਇੱਕ ਦਿਨ। ਪਰ ਅੱਗੇ ਮੁਕਾਮ ਕਿਹੜੀ ਚੀਜ਼ ਹੈ? ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੋਗੋਏ। ਮੁਕਾਮ ਤਾਂ ਇੱਕ ਸਿਰਫ ਅੱਲਾ ਹੈ, ਬਸ, ਹੋਰ ਕੋਈ ਮੁਕਾਮ ਨਹੀਂ ਹੈ। ਮੁਕਾਮ ਪਰਮੇਸ਼ਰ ਹੈ ਇੱਕ। ਨਾਨਕਾ ਸੱਚ ਬੋਗੋਏ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਸੱਚ ਬੋਗੋਏ ਤੋਂ ਭਾਵ ਉਚਾਰਦਾ ਹਾਂ। ਇਹ ਅਰਬੀ ਫਾਰਸੀ ਦੇ ਅੱਖਰ ਆ ਸਾਰੇ। ਜਿੱਥੇ ਮਹਾਰਾਜ ਕਹਿੰਦੇ ਨੇ
या कर्ज गुफ्तम पेश तो दर गोस कुन करतार हक्का कबीर करीम तू बे है परदगार। ਉਹਦੇ ਵਿੱਚ ਵੀ ਮਹਾਰਾਜ ਨੇ ਅਖੀਰ ਤੇ ਬਗੋਏ ਅੱਖਰ ਹੀ ਵਰਤਿਆ। ਬਗੋਏ ਤੋਂ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਲਈ ਮੈਂ ਸੱਚ ਕਹਿਣਾ, ਮੇਰੀ ਗੱਲ ਬਿਲਕੁਲ ਸੱਚ ਹੈ। ਪਰਮਾਤਮਾ ਹੀ ਰਹੇਗਾ, ਪਰਮਾਤਮਾ ਹੀ ਹੈ, ਪਰਮਾਤਮਾ ਹੀ ਹੋਵੇਗਾ, ਬਾਕੀ ਤਾਂ ਸਾਰਾ ਜੱਗ ਸੁਪਨੇ ਵਰਗਾ ਹੈ। ਦੋਹਰਾ ਸ਼ਬਦ ਪੜਿਓ ਸ੍ਰੀ ਬਦਨ ਜਬ ਨਿਵੀ ਗੋਰ ਪਦ ਔਰ। ਜਦੋਂ ਮਹਾਰਾਜ ਨੇ ਸਾਰਾ ਸ਼ਬਦ ਪੜ੍ਹਿਆ, ਹੁਣ ਇਹ ਸੀ ਬ੍ਰਹਮ ਦੀ ਬਾਣੀ। ਗੁਰੂ ਨਾਨਕ ਦੇਵ ਨਿਰੰਕਾਰ ਪ੍ਰਮਾਤਮਾ ਜਦੋਂ ਸ਼ਬਦ ਪੜ੍ਹਦੇ ਨੇ, ਐਸਾ ਕੌਤਕ ਵਰਤਿਆ ਉੱਥੇ। ਗੋਰ ਜਿਹੜੀ ਸੀ ਉਹ ਕਬਰ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵੱਲ ਨੂੰ ਨਿਮ ਗਈ। ਨਮਸਕਾਰ ਕਰ ਪੁਨ ਹਟੀ ਠਹਿਰਾਨੀ ਨਿਜ ਠੌਰ। ਨਮਸਕਾਰ ਕਰਕੇ ਫਿਰ ਆਪਣੀ ਥਾਂ ਤੇ ਵਾਪਸ ਠਹਿਰ ਗਈ ਅਬ ਜਾ ਕਰਕੇ, ਕਿਉਂਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਰੂਪ ਧਾਰਿਆ ਸੀ, ਤਾਈਓ ਤਾਂ ਇਹ ਸਤਿਕਾਰ ਹੋਇਆ ਹੈ। ਮੁੱਲਾ ਸਰਬ ਬਲੋਕ ਕੈ ਬਿਸਮਾਨੇ ਮਨ ਮਾ। ਸਾਰੇ ਮੁੱਲਾਂ ਦੇਖ ਕਰਕੇ ਮਨ ਦੇ ਅੰਦਰ ਬੜੇ ਹੈਰਾਨ ਹੋਏ ਹਨ। ਤਨ ਖੁਦਾਈ ਸਮਝਾਨ ਕੈ ਨਿਵੇ ਚਰਨ ਚਿਤ ਚਾਹੀ। ਖੁਦਾ ਦਾ ਤਨ ਜਾਣ ਕੇ ਕਿ ਤਾਂ ਆਪ ਖੁਦਾ ਆਏ ਨੇ। ਦੇਖੋ ਬਈ, ਸਾਡੇ ਵੱਡਿਆਂ ਨੇ ਜਦੋਂ ਮਸਤਕ ਨਿਮਾਇਆ ਹੈ ਤੇ ਸਾਰੇ ਜਾਣੇ ਚਰਨਾਂ ਤੇ ਢਹਿ ਪਏ। ਅਦਕ ਮੁਹੰਮਦ ਸਭ ਹਨ ਤੇ ਹਮ ਉਹ ਮਤ ਹੈ ਤਾਹੇ। ਕਿਉਂਕਿ ਮੁਹੰਮਦ ਜੀ ਸਾਰਿਆਂ ਨਾਲੋਂ ਵੱਡੇ ਨੇ, ਅਸੀਂ ਉਹਨਾਂ ਦੀ ਉਮਤ ਹਾਂ। ਗੋਰ ਨਿਵੀਤ ਹੈ ਅਗਰ ਜਹੈ ਹਮ ਕਿਉਂ ਨਿਵੈ ਸੁਨਾਹੀ। ਸੋ ਜਿਹੜੇ ਗੁਰੂ ਨਾਨਕ ਦੇ ਅੱਗੇ ਗੋਰ ਨਿਵੀ ਹੈ, ਨਿਮਾਇਆ ਹੈ ਗੋਰ ਨੇ, ਆਪਣੇ ਆਪ ਨੂੰ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਨੂੰ, ਫਿਰ ਅਸੀਂ ਕਿਉਂ ਨਾ ਉਹਨਾਂ ਨੂੰ ਮੱਥਾ ਟੇਕੀਏ। ਸਾਰਿਆਂ ਮਲਾਣਿਆਂ ਨੇ, ਕਾਜ਼ੀਆਂ ਨੇ ਗੁਰੂ ਨਾਨਕ ਦੇਵ ਜੀ ਨੂੰ ਖੁਦਾ ਰੂਪ ਜਾਣ ਕੇ ਪੀਰਾਨ ਪੀਰ ਗੁਰੂ ਨਾਨਕ ਦੇਵ ਜੀ, ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਅੱਗੇ ਝੁਕੇ ਨੇ ਸਾਰੇ ਜਾਣੇ ਗੁਰੂ ਨਾਨਕ ਸਾਹਿਬ ਦੇ ਅੱਗੇ। ਤੇ ਸਾਡੇ ਸਿੱਖ ਜਾ ਜਾ ਕੇ ਹੋਰ ਹੀ ਥਾਂ ਝੁਕੀ ਜਾਂਦੇ ਨੇ, ਜਿੱਥੇ ਨਹੀਂ ਝੁਕਣਾ ਹਰੇਕ ਜਗ੍ਹਾ ਮੱਥੇ ਟੇਕਣ ਲੱਗੇ ਹੋਏ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਝ ਨਹੀਂ ਸਕੇ ਅੱਜ ਤੱਕ, ਗੁਰੂ ਨਾਨਕ ਸਾਹਿਬ ਨੂੰ ਜਾਣ ਨਹੀਂ ਸਕੇ, ਜਪਜੀ ਸਾਹਿਬ ਦੀ ਤਾਕਤ ਨੂੰ ਨਹੀਂ ਸਮਝ ਸਕੇ, ਬਾਣੀ ਦੀ ਤਾਕਤ ਕਿੰਨੀ ਹੈ ਨਹੀਂ ਸਮਝ ਸਕੇ। ਜੇ ਮੈਂ ਇੱਕ ਗੱਲ ਕਹਾਂ ਵੀ ਪੰਥ ਦੇ ਵਿੱਚ ਚੰਦਕ ਬੰਦਿਆਂ ਨੂੰ ਛੱਡ ਕੇ ਬਾਕੀਆਂ ਨੂੰ ਤੇ ਕੱਖ ਦਾ ਵੀ ਨਹੀਂ ਪਤਾ ਹੈਗਾ, ਬਸ ਵੈਸੇ ਹੀ ਹੈ, ਦਿਖਾਵਾ ਮਾਤਰ ਹੀ ਹੈ ਸਾਰਾ ਕੁਝ। ਜੇ ਆ ਚਰਚਾ ਕਰਨ ਬਹਿ ਜਾਈਏ ਤਾਂ ਕਿਸੇ ਗੱਲ ਦਾ ਜ਼ਿਆਦਾ ਨਹੀਂ ਪਤਾ ਹੁੰਦਾ। ਕੁਝ ਕੁ % ਹੀ ਲੋਕ ਨੇ ਬਸ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦਾ ਚਾਨਣਾ। ਤਾਈਓ ਸਤਿਗੁਰੂ ਆਪ ਵੀ ਕਹਿੰਦੇ ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ। ਮਹਾਰਾਜ ਕਹਿੰਦੇ ਬਈ ਬਿਰਲੇ ਬਿਰਲੇ ਬੰਦੇ ਨੂੰ ਗਿਆਨ ਹੁੰਦਾ, ਅਸਲੀਅਤ ਦਾ ਗਿਆਨ ਨਹੀਂ ਹੈ ਕਿਸੇ ਨੂੰ। 99% ਵਿੱਚੋਂ ਵੀ 1% ਦਾ ਫਿਰ 100 ਬਣਾ ਲਈਏ ਨਾ, ਉਹਦੇ ਵਿੱਚੋਂ ਵੀ 1% ਅੱਗੇ ਜਿਹੜਾ ਬੰਦਿਆਂ ਨੂੰ ਮਸਾਂ ਹੀ ਗਿਆਨ ਹੈ ਇਸ ਪਾਸੇ ਦਾ। ਕਿਉਂ ਜਦ ਤੱਕ ਦਿਵ ਦ੍ਰਿਸ਼ਟੀ ਨਹੀਂ ਖੁੱਲ੍ਹਦੀ ਉਦੋਂ ਤੱਕ ਸੰਪੂਰਨਤਾ ਨਹੀਂ ਆਉਂਦੀ ਗਿਆਨ ਵਿੱਚ। ਇਸ ਕਰਕੇ ਬ੍ਰਹਮ ਰੂਪ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਜਾਣਦੇ, ਬਾਣੀ ਜੋ ਨਿਰੰਕਾਰ ਸਰੂਪ ਹੈ ਇਹਨੂੰ ਨਹੀਂ ਪਛਾਣਦੇ। ਬਸ ਆਪਣੀ ਬੁੱਧੀ ਜਿਹੜੀ ਹੈ ਸਿੱਧੀ ਤੁਰੀ ਜਾਂਦੇ ਕਿ ਸਾਡੀ ਬੁੱਧੀ ਵੱਡੀ ਆ, ਅਸੀਂ ਸਿਆਣੇ ਆ, ਸਾਨੂੰ ਪਤਾ। ਔਰ ਜਿਹੜੀ ਮਰਿਆਦਾ 10ਵੇਂ ਪਾਤਸ਼ਾਹ ਨੇ ਬਣਾਈ ਸੀ, ਪਹਿਲੇ ਪਾਤਸ਼ਾਹ ਤੋਂ ਲੈ ਕੇ ਜੋ ਚੀਜ਼ਾਂ ਚਲੀਆਂ ਆਉਂਦੀਆਂ ਸੀਗੀਆਂ ਉਹ ਸਾਰੀਆਂ ਹੀ ਬਦਲਤੀਆਂ ਚੱਕ ਕੇ, ਹਰੇਕ ਚੀਜ਼ ਬਦਲ ਦਿੱਤੀ। ਗੁਰੂ ਨਾਨਕ ਸਾਹਿਬ ਦਾ ਅਵਤਾਰ ਦਿਹਾੜਾ ਤੱਕ ਲੈ ਕੇ 10 ਸਰੂਪਾਂ ਦੇ ਅਵਤਾਰ ਦਿਹਾੜੇ ਦਿਨ ਉਹ ਵੀ ਸਾਰੇ ਬਦਲਤੇ, ਨਿਤਨੇਮ ਬਦਲਤੇ। ਕਿਹੜੀ ਚੀਜ਼ ਜਿਹੜੀ ਨਾਲ ਛੇੜਾਛਾੜੀ ਨਹੀਂ ਕੀਤੀ? ਗੁਰੂ ਗ੍ਰੰਥ ਸਾਹਿਬ ਦੇ ਪਾਠਾਂ ਨਾਲ ਛੇੜਾਛਾੜੀ ਬਥੇਰੀ ਕੀਤੀ ਹੈ। ਆਪਣੀ ਮਰਜ਼ੀ ਨਾਲ ਹੀ ਪਾਠ ਬਦਲਤੇ, ਵਿੱਚੋਂ ਬਿੰਦੀਆਂ ਟਿੱਪੀਆਂ ਲਾਤੀਆਂ, ਦਸਮ ਦੇ ਨਾਲ ਬਥੇਰੀ ਛੇੜਾਛਾੜੀ ਕਰ ਲਈ, ਰਹਿਤ ਮਰਿਆਦਾ ਨਾਲ, ਨਿਤਨੇਮ ਨਾਲ, ਮੂਲ ਮੰਤਰ ਨਾਲ, ਚੌਪਈ ਸਾਹਿਬ ਨਾਲ, ਗੁਰਾਂ ਦੇ ਦਿਹਾੜਿਆਂ ਨਾਲ, ਉਹਨਾਂ ਦੇ ਸਥਾਨਾਂ ਨਾਲ। ਜਿੱਥੇ ਗੁਰੂ ਸਾਹਿਬ ਦੇ ਨਾਂ ਦੇ ਤੇ ਕਿਤੇ ਦਰਖਤ ਖੜੇ ਸੀ, ਜਿੱਥੇ ਘੋੜੇ ਬੰਨੇ ਸੀ ਮਹਾਰਾਜ ਨੇ, ਜਿਹੜੇ ਦਰਖਤ ਥੱਲੇ ਬੈਠੇ ਦਰਖਤ ਵੀ ਵੱਢਤੇ। ਤੇ ਜਿਹੜੇ ਕਿਤੇ ਵੀ ਕੁਛ ਵੀ ਹੈ ਨਾ, ਬਸ ਉਹਨੂੰ ਛੇੜਾਛਾੜੀ ਕਰੀ ਜਾਂਦੇ ਨੇ। ਤੇ ਜਿਹੜੀ ਗੱਲ ਹੈਗੀ ਹੋਰ ਕਿਸੇ ਧਰਮ 'ਚ ਕੋਈ ਕਰਦਾ ਛੇੜਾਛਾੜੀ, ਇਹ ਆਪਣੇ ਹੀ ਕਿਉਂ ਕਰੀ ਜਾਂਦੇ ਨੇ, ਹੋਰ ਨਹੀਂ ਕੋਈ ਬਦਲਦਾ। ਕੋਈ ਧਰਮ 2000 ਸਾਲ ਤੋਂ ਚੱਲਿਆ, ਕੋਈ 5000 ਸਾਲ ਤੋਂ ਚੱਲਿਆ ਆ ਰਿਹਾ, ਕੋਈ ਲੱਖਾਂ ਵਰ੍ਹਿਆਂ ਦਾ ਧਰਮ ਹੈ, ਉਹਨੂੰ ਨਹੀਂ ਕੋਈ ਛੇੜਦਾ। ਹੱਥ ਤਾਂ ਲਾ ਕੇ ਦਿਖਾਵੇ ਕੋਈ, ਲੋਕ ਮਾਰ ਮਾਰ ਕੇ ਉਹਨੂੰ ਉੱਥੇ ਹੀ ਮਾਰ ਦੇਣ ਵੀ ਤੂੰ ਛੇੜਨ ਵਾਲਾ ਹੁੰਦਾ ਕੌਣ ਹੈ। ਤੇ ਸਿਰਫ ਸਾਡੇ ਧਰਮ ਵਿੱਚ ਹੀ ਹੈ, ਚੌਥੇ ਕੁ ਦਿਨ ਨੂੰ ਕੋਈ ਚੀਜ਼ ਬਦਲ ਦਿੰਦੇ ਆ, ਚੌਥੇ ਕੁ ਦਿਨ ਨੂੰ ਕੋਈ ਚੀਜ਼ ਬਦਲ ਦਿੰਦੇ ਆ। ਇਹ ਜਿਹੜੇ ਕੰਡੇ ਬੀਜ ਰਹੇ ਨੇ ਫਿਰ ਆਪਣੇ ਵਾਸਤੇ ਹੀ ਚੁਗਣੇ ਪੈਣੇ। ਇਹ ਕੰਡੇ ਜਿਹੜੇ ਬਹੁਤ ਔਖੇ ਹੋ ਜਾਣੇ ਚੁਗਣੇ। ਇਸ ਕਰਕੇ ਸਾਡੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ
ਕਿ ਨਾ ਤਾਂ ਇਤਿਹਾਸ ਨਾਲ ਛੇੜਾਛਾੜੀ ਕਰੋ, ਨਾ ਮਹਾਰਾਜ ਨਾਲ, ਨਾ ਮਰਿਆਦਾ ਨਾਲ, ਤੇ ਨਾ ਉਹਨਾਂ ਦੇ ਦਿਨਾਂ ਨਾਲ। ਦਿਨਾਂ ਦੇ ਨਾਲ ਵੀ ਛੇੜਾਫੇੜੀ ਕਰੀ ਜਾਂਦੇ ਨੇ। ਹੁਣ ਜਿਹੜੇ ਦਿਨ ਮਹਾਰਾਜ ਨੇ ਅਵਤਾਰ ਧਾਰਿਆ ਹੁੰਦਾ, ਅਸਲੀਅਤ ਤਾਂ ਹੁਣ ਇਹ ਆ ਬਈ ਅਸੀਂ ਬਹੁਤ ਦੇਰ ਤੋਂ ਇਹ ਸੰਤਾਂ ਮਹਾਂਪੁਰਖਾਂ ਕੋਲ ਚੀਜ਼ ਸਿੱਖੀ ਸੀ ਵੀ ਜਿੱਦਣ ਅਵਤਾਰ ਦਿਹਾੜਾ ਹੁੰਦਾ ਕਿਸੇ ਵੀ ਗੁਰੂ ਸਾਹਿਬ ਦਾ, ਉਦਣ ਦੇਗ ਬਣਾ ਕੇ ਜੇ ਪਾਠ ਕਰੀਏ ਨਾ, ਜਪਜੀ ਸਾਹਿਬ ਦੇ, ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਕਰ ਲਓ, ਗੁਰੂ ਅੰਗਦ ਦੇਵ ਦੇ ਗੁਰਪੁਰਬ ਤੇ ਕਰ ਲਓ, ਜਾਂ ਆਨੰਦ ਸਾਹਿਬ ਦੇ ਪਾਠ ਕਰ ਲਓ, ਮੂਲ ਮੰਤਰ ਕਰ ਲਓ, ਕਿਸੇ ਸ਼ਬਦ ਦਾ ਅਭਿਆਸ ਕਰ ਲਓ, ਉਹ ਦਿਨ ਤੇ ਫਿਰ ਬਹੁਤ ਭਾਰੀ ਫਲ ਬਖਸ਼ਿਸ਼ ਕਰਦੇ ਮਹਾਰਾਜ। ਇਹਨਾਂ ਨੇ ਚੁੱਕ ਕੇ ਉਹ ਦਿਨ ਹੀ ਅਸਲੀ ਬਦਲ ਦਿੱਤੇ ਜਿਹੜੇ, ਵੀ ਤਾਂ ਕਿ ਜਿਹੜਾ ਸੀ ਸਿੱਖ ਪੰਥ ਨੂੰ ਜਿਹੜਾ ਫਲ ਮਿਲਦਾ ਮਾੜਾ ਮੋਟਾ ਮਿਲੇ ਹੀ ਨਾ। ਅਸਲੀ ਦਿਨ ਵਾਲਾ ਜਿਹੜਾ ਹੁੰਦਾ, ਜਿਵੇਂ ਪਿਛਲੇ ਸਾਲ 2004 ਦੇ ਵਿੱਚ ਇੰਗਲੈਂਡ ਸੀਗੇ, ਉਦੋਂ ਬਾਬਾ ਠਾਕੁਰ ਸਿੰਘ ਜੀ ਬੈਠੇ ਸੀ ਕਿਸੇ ਦੇ ਘਰ, ਅਸੀਂ ਵੀ ਬੈਠੇ ਸੀਗੇ, ਤਾਂ ਉੱਥੇ ਟੀਵੀ ਤੇ ਚੌਥੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਮਨਾਇਆ ਜਾ ਰਿਹਾ ਸੀ। ਟੀਵੀ ਤੇ ਆ ਰਿਹਾ ਹਰਿਮੰਦਰ ਸਾਹਿਬ ਤੋਂ, ਮਾਰ ਆਤਿਸ਼ਬਾਜ਼ੀਆਂ, ਕਿਤੇ ਦੀਵੇ ਜਗਾਏ, ਲੜੀਆਂ ਲੱਗੀਆਂ ਹੋਈਆਂ ਹਰਿਮੰਦਰ ਸਾਹਿਬ, ਖੁਸ਼ੀ ਦੇ ਸ਼ਬਦ ਗਾਇਨ ਹੋ ਰਹੇ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਮੈਂ ਅੱਜ ਤਾਂ ਪਹਿਲੇ ਪਾਤਸ਼ਾਹ ਜੋਤੀ ਜੋਤ ਸਮਾਉਣ ਦਾ ਦਿਹਾੜਾ ਅਸਲੀ ਤਿੱਥਾਂ ਵਿੱਚ, ਤੇ ਇਹ ਮਨਾ ਰਹੇ ਨੇ ਅਵਤਾਰ ਦਿਹਾੜਾ ਚੌਥੇ ਪਾਤਸ਼ਾਹ ਦਾ, ਉਧਰ ਤਾਂ ਜੋਤੀ ਜੋਤ ਸਮਾਉਣ ਦਾ ਦਿਹਾੜਾ, ਇਹ ਖੁਸ਼ੀ ਦੇ ਗੀਤ ਗਾ ਰਹੇ ਨੇ। ਬਾਬਾ ਜੀ ਕਹਿਣ ਲੱਗੇ ਇਹਦੇ ਨਾਲੋਂ ਵੱਡਾ ਝੂਠ ਹੋਰ ਕੀ ਹੋ ਸਕਦਾ, ਵੀ ਇੰਨਾ ਵੱਡਾ ਝੂਠ ਵੀ ਜਿਹੜਾ ਅਵਤਾਰ ਦਿਹਾੜਾ ਪਾਤਸ਼ਾਹੀ 9ਵੀਂ ਦਾ ਅਵਤਾਰ ਦਿਹਾੜਾ ਪਟਿਆਲੇ ਦੁੱਖ ਨਿਵਾਰਨ ਸਾਹਿਬ, ਤੇ ਤੀਜੇ ਪਾਤਸ਼ਾਹ ਦਾ ਜੋਤੀ ਜੋਤ ਮਨਾ ਰਹੇ ਨੇ। ਸ਼ਬਦ ਪੜ੍ਹਦੇ ਨੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਰਾਗੀ ਸਿੰਘ, ਤੇ ਦਿਹਾੜਾ ਹੈਗਾ ਮਹਾਰਾਜ ਦੇ ਅਵਤਾਰ ਦਿਹਾੜਾ। ਇਸ ਕਰਕੇ ਸਾਰੇ ਪਾਸੇ ਨੂੰ ਜਿਹੜੀ ਛੇੜਾਛਾੜੀ ਹੈ ਇਹ ਸਾਰੀ ਗਲਤ। ਜਿਹੜੀ ਮਰਿਆਦਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਹ ਕਹਿੰਦੇ ਨੇ ਹੁਣ 1708 ਚ ਲੈ ਕੇ ਹੁਣ ਜੀ 2008 ਵਿੱਚ 300 ਸਾਲਾ ਮਨਾਉਣਾ, ਜੇ ਸਿਆਣੇ ਬਣ ਜਾਣ ਤਾਂ 2008 ਚ ਮਰਿਆਦਾ ਫੇਰ ਉਹੀ ਮੁੜ ਕੇ ਲਿਆਓ ਵਾਪਸ। ਜੇ ਉਹ ਮਰਿਆਦਾ ਨਾ ਲਿਆਂਦੀ ਮੁੜ ਕੇ, ਫਿਰ ਜਿਹੜੇ ਹਾਲ ਹੋਣੇ ਨੇ ਉਹ ਆਪਣੇ ਸਾਹਮਣੇ ਥੋੜੇ ਥੋੜੇ ਤਾਂ ਆਉਣ ਲੱਗ ਗਏ ਆ, ਫਿਰ ਹੋਰ ਵੀ ਆ ਜਾਣੇ ਸਾਹਮਣੇ, ਕਿਉਂਕਿ ਮਹਾਰਾਜ ਦੀ ਸ਼ਕਤੀ ਨੂੰ ਪਹਿਚਾਣਦੇ ਨਹੀਂ। ਸਤਿਗੁਰੂ ਕਰਾਮਾਤ ਨਹੀਂ ਦਿਖਾਉਂਦੇ, ਇੱਕਦਮ ਸਾਰਾ ਕੁਝ ਉਲਟਾ ਸਕਦੇ ਨੇ, ਪਰ ਸਤਿਗੁਰੂ ਕਰਾਮਾਤ ਨਹੀਂ ਦਿਖਾਉਂਦੇ। ਪਰ ਸਤਿਗੁਰੂ ਨੇ ਰਹਿਣ ਵੀ ਨਹੀਂ ਦੇਣਾ ਕੁਝ, ਸਾਰਾ ਕੁਝ ਹੌਲੀ ਹੌਲੀ ਸਾਫ਼ ਕਰ ਦੇਣਾ, ਫਿਰ ਆਲਾ ਦੁਆਲਾ ਝਾਕਣਾ ਸਭ ਨੇ। ਇਸ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰ ਪਰਮੇਸ਼ਰ ਨੇ, ਉਹਨਾਂ ਦੇ ਚਰਨਾਂ ਤੇ ਜੇ ਸਾਰੀ ਦੁਨੀਆ ਝੁਕੀ ਹੈ ਤਾਂ ਗੁਰਸਿੱਖ ਕਿਉਂ ਨਹੀਂ ਝੁਕਦੇ? ਗੁਰਸਿੱਖ ਝੁਕ ਕੇ ਉਹਨਾਂ ਦੇ ਚਰਨਾਂ ਤੇ ਦਸਾਂ ਸਰੂਪਾਂ ਦਾ ਜੋ ਹੈ ਪੂਰਨ ਸਤਿਕਾਰ ਕਰਕੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਕੇ, ਮਹਾਰਾਜ ਦੀ ਚਲਾਈ ਹੋਈ ਮਰਿਆਦਾ ਨੂੰ ਇਨ ਬਿਨ ਉਸੇ ਪ੍ਰਕਾਰ ਹੀ ਸਾਨੂੰ ਮੰਨਣਾ ਚਾਹੀਦਾ। ਜੋ ਦਸਵੇਂ ਪਾਤਸ਼ਾਹ ਨੇ 48 ਸਿੰਘਾਂ ਨੂੰ ਅਰਥ ਪੜ੍ਹਾ ਕੇ ਬਾਬਾ ਦੀਪ ਸਿੰਘ ਜੀ ਖਾਲਸਾ ਨੂੰ ਬਖਸ਼ਿਸ਼ਾਂ ਕੀਤੀਆਂ ਸੀ, ਭਾਈ ਮਨੀ ਸਿੰਘ ਨੂੰ ਬਖਸ਼ਿਸ਼ਾਂ ਕੀਤੀਆਂ ਸੀ, ਅੱਗੇ ਸਾਰੀ ਮਰਿਆਦਾ ਚਲਾਉਣ ਦੀਆਂ ਸੀਨੇ ਬਸੀਨੇ ਮਰਿਆਦਾ ਚਲੀ ਆ ਰਹੀ ਹੈ, ਉਹੀ ਮਰਿਆਦਾ ਪ੍ਰਵਾਨ ਹੋਵੇਗੀ। ਇੱਕ ਦਿਨ ਮੁੜ ਕੇ ਫੇਰ ਘੁੰਮ ਘੁਮਾ ਕੇ ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਖੁਆਰ ਖੂਰ ਜੇ ਹੋ ਕੇ ਫਿਰ ਕਹਿਣਗੇ ਹੁਣ ਖੋਜ ਕਰਦੇ ਆਂ ਵੀ ਅਸੀਂ ਪਤਾ ਨਹੀਂ ਕਿਉਂ ਡਿੱਗਣ ਲੱਗ ਪਏ ਥੱਲੇ ਨੂੰ। ਇਹ ਡਿੱਗਦੇ ਤਾਂ ਤੁਸੀਂ ਤਾਂਹੀਓ ਆ ਥੱਲੇ ਨੂੰ ਵੀ ਇਹ ਮਰਿਆਦਾ ਸਾਰੀ ਬਿਲਕੁਲ ਹੀ ਬੰਦ ਕਰਤੀ। ਤੋ ਆਓ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਚਰਨਾਂ ਤੇ ਵੇਖੋ ਕਿਵੇਂ ਦੁਨੀਆ ਝੁਕਦੀ ਹੈ। ਆਦਰ ਕਰ ਬਹੁ ਭਾਂਤ ਸੋ ਆਸਨ ਊਚ ਵਸਾਏ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਫਿਰ ਆਦਰ ਕੀਤਾ, ਉੱਥੇ ਇੰਨਾ ਸਤਿਕਾਰ ਹੋਇਆ। ਮਦੀਨੇ ਦੇ ਵਿੱਚ ਮਹਾਰਾਜ ਦਾ ਆਸਣ ਲਾਇਆ ਉੱਚਾ, ਉਹਦੇ ਉੱਤੇ ਮਹਾਰਾਜ ਨੂੰ ਸੁਸ਼ੋਭਿਤ ਕੀਤਾ। ਬੋਲੇ ਦਵੈ ਕਰ ਬੰਦਕੈ ਨਿਜ ਉਪਦੇਸ਼ ਬਤਾਏ। ਦੋਨੋਂ ਹੱਥ ਜੋੜ ਕਰਕੇ ਫਿਰ ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਤੋਂ ਗਲਤੀ ਹੋ ਗਈ, ਹੁਣ ਸਾਨੂੰ ਤੁਸੀਂ ਆਪਣਾ ਉਪਦੇਸ਼ ਬਖਸ਼ੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਸਵਈਆ ਸ੍ਰੀ ਗੁਰੂ ਬੈਨ ਭਨੇ ਸੁਨ ਕੈ ਨਿਜ ਮਿਰਤ ਕੋ ਯਾਦ ਰਖੋ ਨਾ ਭੁਲਾਹੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਲਾਣਾ ਸੁਣੋ ਗੱਲ, ਇੱਕ ਗੱਲ ਯਾਦ ਰੱਖੋ, ਆਪਣੀ ਮੌਤ ਨੂੰ ਹਮੇਸ਼ਾ ਯਾਦ ਰੱਖੋ। ਅਸੀਂ ਮਰਨਾ ਵੀ ਹੈ, ਤੇ ਜੇ ਮੌਤ ਨੂੰ ਬੰਦਾ ਯਾਦ ਰੱਖੇ ਤਾਈਓ ਧਰਮ ਨੂੰ ਕਮਾ ਸਕਦਾ। ਛੋਰ ਵਿਕਾਰਤ ਜੋ ਪਖਵਾਦ ਖੁਦਾਏ ਲਖੈ ਸਭ ਖਲਕਤ ਮਾਹੀ। ਇੱਕ ਤਾਂ ਜਿਹੜੇ ਵਿਸ਼ੇ ਵਿਕਾਰ ਨੇ ਇਹਨਾਂ ਦਾ ਤਿਆਗ ਕਰੋ, ਇੱਕ ਪੱਖਵਾਦ ਛੱਡੋ। ਇੱਕ ਜਿਹੜਾ ਖੁਦਾ ਹੈ ਉਹ ਸਾਰੀ ਦੁਨੀਆ ਵਿੱਚ ਹੀ ਵਿਆਪਕ ਹੈ। ਇਹ ਨਹੀਂ ਕਿ ਖੁਦਾ ਤੁਹਾਡਾ ਹੀ ਹੈ ਜਾਂ ਤੁਹਾਡੇ ਵਿੱਚ ਹੀ ਹੈ। ਸਾਰੇ ਜਿੰਨੇ ਜੀਵ ਨੇ, 84 ਲੱਖ ਜੂਨ ਹੈ, ਸਾਰੀ ਸ੍ਰਿਸ਼ਟੀ ਹੈ, ਸਾਰਿਆਂ ਵਿੱਚ ਖੁਦਾ ਹੈ। ਨਾਮ ਸਦਾ ਸਿਮਰੋ ਉਰ ਮੈਂ ਜਿਹ ਤੇ ਜਮ ਦੋਜਕ ਦੇਖੋ ਨਾਹੀ। ਇੱਕ ਹਮੇਸ਼ਾ ਹਿਰਦੇ 'ਚ ਨਾਮ ਜਪਿਆ ਕਰੋ ਪਰਮਾਤਮਾ ਦਾ,
ਉੱਤੋਂ ਦਿਖਾਵਾ ਨਹੀਂ ਕਰਨਾ ਕਿ ਮੈਂ ਤਸਬੀਹ ਫੜੀ ਹੋਈ ਆ ਤੇ ਤਸਬੀਹ ਦੇ ਨਾਲ ਮੈਂ ਬਸ ਲੋਕਾਂ ਨੂੰ ਸੁਣਾ ਕੇ ਕਹਿ ਰਹੇ ਹਾਂ ਅੱਲਾਹੂ ਅਕਬਰ, ਅੱਲਾ ਦਾ ਜਾਪ ਕਰਦੇ ਹੋ। ਇਹਨੂੰ ਦਿਲ ਦੇ ਵਿੱਚ ਵੀ ਜਪੋ। ਜੇ ਖੁਦਾ ਨੂੰ ਦਿਲ ਦੇ ਅੰਦਰ ਜਪੋਗੇ ਉਹਦੇ ਕਰਕੇ ਫਿਰ ਜਮਦੂਤਾਂ ਦਾ ਮੂੰਹ ਨਹੀਂ ਦੇਖੋਗੇ, ਇਜ਼ਰਾਈਲ ਮਕਾਇਲ ਨਹੀਂ ਦੇਖੋਗੇ, ਫਿਰ ਦੋਜ਼ਕਾਂ ਦੀ ਅੱਗ ਦੇ ਵਿੱਚ ਨਹੀਂ ਸੜੋਗੇ। ਲੋਕ ਦਿਖਾਵਨ ਤੇ ਮਨ ਚਾਏ ਕੈ, ਸਾਚ ਕਮਾਏ ਸਭੈ ਸੁਖ ਪਾਹੀ। ਲੋਕ ਦਿਖਾਵਨ ਤੇ ਮਨ ਚਾਇਕ ਹੈ। ਸੋ ਇਸ ਤਰੀਕੇ ਨਾਲ ਉਹ ਤਾਹਾਂ ਨੂੰ ਚੁੱਕ ਚੁੱਕ ਕੇ ਜਿਹੜੀਆਂ ਮਾਲਾਵਾਂ ਲੋਕਾਂ ਨੂੰ ਦਿਖਾਉਣੀਆਂ ਨੇ ਤੇ ਇਸ ਤਰੀਕੇ ਨਾਲ ਉਹ ਕੋਈ ਗੱਲ ਨਹੀਂ ਬਣਨੀ। ਲੋਕ ਦਿਖਾਵਨ ਤੇ ਮਨ ਚਾਇਕ ਹੈ, ਸਾਚ ਕਮਾਏ ਸਭੈ ਸੁਖ ਪਾਹੀ। ਜਿਹੜੇ ਨੇ ਨਾ ਇਹ ਲੋਕਾਂ ਦੇ ਦਿਖਾਵੇ ਤੋਂ ਮਨ ਉੱਤੇ ਚੁੱਕੋ। ਲੋਕਾਂ ਨੂੰ ਆਪਾਂ ਕੀ ਦਿਖਾਉਣਾ? ਸੱਚ ਕਮਾਓ, ਨੂੰ ਸੱਚ ਕਮਾ ਕੇ ਹੀ ਸੁਖ ਪ੍ਰਾਪਤ ਕਰ ਸਕਦੇ ਹਾਂ। ਦੋਹਰਾ ਸੁਣ ਕਰ ਸਭ ਹਰ ਖਾਏ ਕੈ, ਜਾਚੀ ਚਰਨ ਖਰਾਵਾ। ਸੁਣ ਕੇ ਸਾਰਿਆਂ ਨੇ ਮਲਾਣਿਆਂ ਨੇ ਉਸ ਵਕਤ ਬੇਨਤੀ ਕੀਤੀ, ਮਹਾਰਾਜ ਸਾਨੂੰ ਆਪਣੀ ਨਿਸ਼ਾਨੀ ਦੇ ਜਾਓ। ਉਸ ਵਕਤ ਕਹਿੰਦੇ ਆ ਜਿਹੜੀਆਂ ਖੜਾਵਾਂ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦਿਓ ਜੀ। ਹਿਤ ਪੂਜਨ ਕੇ ਤਹ ਰਖੀ, ਹੁਤੀ ਗੋਰ ਜਿਹ ਥਾਮ। ਪੂਜਣ ਵਾਸਤੇ ਉੱਥੇ ਰੱਖੀ ਹੈ ਮਦੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਖੜਾਵਾਂ ਉੱਥੇ ਪਈਆਂ ਨੇ। ਜਿੱਥੇ ਮੁਹੰਮਦ ਜੀ ਦੀ ਗੋਰ ਹੈ ਉਹਦੇ ਲਾਗੇ ਹੀ ਖੜਾਵਾਂ ਪਈਆਂ ਹਨ। ਕੇਤਕ ਦਿਵਸ ਬਤਾਈ ਤਹ ਸ੍ਰੀ ਨਾਨਕ ਗੁਣ ਖਾਨ। ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿੰਨੇ ਕੁ ਦਿਨ ਉੱਥੇ ਬਤੀਤ ਕੀਤੇ ਹਨ। ਮੱਕੇ ਕੋ ਆਏ ਬਹਰ ਵੈਸੇ ਪੂਰਬ ਥਾਮ। ਮੱਕੇ ਵਾਪਸ ਆ ਗਏ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਵਾਲੀ ਥਾਂ ਤੇ ਹੀ ਸੱਜ ਗਏ ਨੇ। ਪੱਖਰ ਜੇ ਹਾਜੀ ਮਿਲੇ ਤੇ ਸ਼ਨ ਪਹੁੰਚੇ ਆਏ। ਉਹ ਜਿਹੜੇ ਪੱਖਰ ਸੀ ਇਲਾਕਾ ਜਿੱਥੋਂ ਹਾਜੀ ਚੜ੍ਹੇ ਸੀ ਜਹਾਜ਼, ਕਹਿੰਦੇ ਸੀ ਤੁਸੀਂ ਨਹੀਂ ਜਾ ਸਕਦੇ ਅੱਗੇ, ਉਹ ਹੁਣ ਆਏ ਨੇ ਇੰਨੇ ਦਿਨਾਂ ਬਾਅਦ। ਉਹ ਚੱਲ ਕਰਕੇ ਉੱਥੇ ਹੁਣ ਪਹੁੰਚੇ ਹਨ। ਜਿਸਮੇ ਦਰਸ ਬਲੋਕ ਕੈ ਮੁਖ ਤੇ ਬਚਨ ਅਲਾਏ। ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦੇਖ ਕੇ ਬੜੇ ਹੈਰਾਨ ਹੋਏ। ਉਹ ਦੇਖ ਕੇ ਕਹਿਣ ਲੱਗੇ, ਕਬ ਕੋ ਇਹ ਹਾਜੀ ਆਇਓ ਹਮ ਸ਼ੋਰਿਓ ਪਹਿਚਾਤਾ। ਇਹ ਹਾਜੀ ਇੱਥੇ ਕਿਵੇਂ ਆ ਗਿਆ? ਅਸੀਂ ਤਾਂ ਪਿੱਛੇ ਛੱਡ ਕੇ ਆਏ ਸੀ ਇਹਨਾਂ ਨੂੰ। ਕੈਸੇ ਪੰਥ ਉਲੰਘਿਆ ਹਿੰਦ ਜਨਮ ਬਖਿਆਤਾ। ਓਏ ਇਹ ਕਿਵੇਂ ਪੰਥ ਸਾਰਾ ਪੈਂਡਾ ਤੈਅ ਕਰ ਆਏ ਨੇ? ਕਿਉਂਕਿ ਇਹਨਾਂ ਦਾ ਜਨਮ ਤਾਂ ਹਿੰਦੂਆਂ ਦਾ ਹੈ। ਉਤੇ ਸੋ ਬੈਠੇ ਨਰ ਤਹਾ ਸੋ ਬੋਲੇ ਤਨ ਸਾਥ। ਜਿਹੜੇ ਬੰਦੇ ਉੱਥੇ ਬੈਠੇ ਸੀ ਉਹ ਉਹਨਾਂ ਦੇ ਨਾਲ ਇਸ ਤਰ੍ਹਾਂ ਬੋਲੇ। ਏਕ ਵਰਖ ਬੀਤੀ ਹੋਏ ਹਾਂ ਕਲਾਵਾਨ ਜਗਨਾਥ। ਇਹਨਾਂ ਨੂੰ ਤੇ 1 ਸਾਲ ਹੋ ਗਿਆ ਆਇਆਂ ਨੂੰ, ਉਹ ਤੁਸੀਂ ਹੁਣ ਆਏ ਹੋ ਚੱਲ ਕੇ ਹੌਲੀ ਹੌਲੀ। ਕਿਉਂਕਿ ਲੋਕੀ ਪੈਦਲ ਜ਼ਿਆਦਾ ਜਾਂਦੇ ਸੀ, ਥੋੜਾ ਬਹੁਤ ਰਸਤਾ ਜਹਾਜ਼ਾਂ ਨਾਲ ਹੀ, ਫਿਰ ਪੈਦਲ ਉਹ ਤੁਰ ਕੇ ਮਸਾਂ ਪਹੁੰਚੇ। ਸਤਿਗੁਰੂ ਸੱਚੇ ਪਾਤਸ਼ਾਹ ਸ਼ਬਦ ਦੇ ਆਸਰੇ ਪਹੁੰਚ ਗਏ ਸਨ। ਇਸ ਕਰਕੇ ਕਹਿੰਦੇ ਵੀ ਇਹ ਕਦੋਂ ਕਦੇ ਆਏ ਨੇ? ਕਹਿੰਦੇ 1 ਸਾਲ ਬੀਤ ਗਿਆ, ਇੱਥੇ ਕਲਾਵਾਨ ਨੇ, ਮਾਲਕ ਨੇ ਇਹ। ਚਰਨ ਸੰਗ ਕਾਬਾ ਫਿਰਿਓ ਤੁਰਕਨ ਮੇ ਸਭ ਦੇਖਾ। ਚਰਨਾਂ ਦੇ ਨਾਲ ਇਹਨਾਂ ਦੇ ਤਾਂ ਕਾਬਾ ਫਿਰ ਗਿਆ, ਚਰਨ ਘੁਮਾਏ ਤਾਂ ਸਾਰੇ ਤੁਰਕ ਦੇਖ ਕੇ ਇਹਨਾਂ ਨੂੰ ਨਿਮ ਗਏ ਹਨ। ਇਹ ਸਰੀਰ ਖੁਦਾਏ ਕੋ ਜਗ ਉਧਾਰ ਹਿਤ ਵੇਖ। ਇਹ ਭੇਖ ਧਾਰਿਆ ਹੈ ਜਗ ਦੇ ਕਲਿਆਣ ਲਈ। ਇਹ ਖੁਦਾ ਦਾ ਆਪਣਾ ਸਰੀਰ ਹੈ, ਇਹ ਤਾਂ ਖੁਦਾ ਆਪ ਚੱਲ ਕੇ ਆਏ ਹਨ। ਦਿਨ ਸੁਨ ਮਨ ਮਹਿਮਾ ਲਖੀ ਕਲਾ ਪਿਖਨ ਭਾ ਚਾਵ। ਜਦੋਂ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਿਮਾ ਸੁਣੀ ਤਾਂ ਦੇਖਣ ਦਾ ਚਾਅ ਆਇਆ ਮਨ ਦੇ ਅੰਦਰ। ਇਹ ਸਰੀਰ ਖੁਦਾਈ ਕੋ ਜਲ ਏਠਾ ਮੰਗਵਾਵ। ਕਹਿੰਦੇ ਫੇਰ ਇਉਂ ਹੈ ਗੱਲ, ਲੋਕਾਂ ਨੇ ਤਾਂ ਤੁਹਾਡੀ ਦੇਖ ਲਈ ਸ਼ਕਤੀ ਠੀਕ ਹੈ, ਅਸੀਂ ਵੀ ਮੰਨ ਜਾਾਂਗੇ ਤੁਹਾਨੂੰ। ਇੱਥੇ ਬੈਠਿਆਂ ਪਾਣੀ ਮੰਗਵਾ ਕੇ ਦਿਖਾਓ, ਇਹ ਧਰਤੀ 'ਚੋਂ ਪਾਣੀ ਕੱਢ ਕੇ ਦਿਖਾਓ, ਫਿਰ ਅਸੀਂ ਤੁਹਾਨੂੰ ਖੁਦਾ ਮੰਨੀਏ। ਤੇ ਸੰਨਿਆਸਾ ਟਿਗਹੁਤਾ ਲੈ ਸ੍ਰੀ ਗੁਰ ਨਿਜ ਹਾਥ। ਮਹਾਰਾਜ ਦੇ ਹੱਥ ਵਿੱਚ ਜਿਹੜਾ ਸੋਟਾ ਫੜਿਆ ਹੋਇਆ ਸੀ ਉਸ ਵਕਤ ਆਪਣੇ ਕਰ ਕਮਲਾਂ ਵਿੱਚ ਲੈ ਕੇ ਕਾਬੇ ਕੇਰ ਦਵਾਰ ਮੈਂ ਹਨਿਓ ਜੋਰ ਕੇ ਸਾਥ। ਮਹਾਰਾਜ ਨੇ ਕਾਬੇ ਦੀ ਦੀਵਾਰ ਦੇ ਵਿੱਚ ਜ਼ੋਰ ਨਾਲ ਸੋਟਾ ਮਾਰਿਆ ਉਸ ਵਕਤ। ਉਹ ਛੁਟੀ ਬੰਬ ਤਵਨੀਰ ਕੀ ਉਜੂ ਸਰਬ ਨੈ ਕੀਨ। ਸੋ ਆਖੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹਿੰਦੇ ਉਸ ਵਕਤ ਪਾਣੀ ਦੀ ਵੱਡੀ ਧਾਰਾ ਵਗ ਪਈ ਉਸ ਕਾਬੇ ਦੀ ਕੰਧ ਦੇ ਵਿੱਚੋਂ। ਧੰਨ ਗੁਰੂ ਨਾਨਕ ਸਾਹਿਬ ਨੇ ਉਸ ਵਕਤ ਉਹਨਾਂ ਨੇ ਕਿਹਾ ਸੀ ਜੇ ਪਾਣੀ ਕੱਢ ਕੇ ਦਿਖਾਓ ਤਾਂ ਮੰਨੀਏ ਤੁਹਾਨੂੰ ਖੁਦਾ ਹੋ। ਮਹਾਰਾਜ ਨੇ ਉੱਥੋਂ ਫਿਰ ਪਾਣੀ ਕੱਢ ਕੇ ਦਿਖਾਤਾ, ਜਿਵੇਂ ਚੱਲਦੀ ਹੈ ਨਾ ਬੰਬੀ, ਐਂ ਪਾਣੀ ਨਿਕਲਦਾ ਧਾਰਾ ਉਹਦੇ ਵਿੱਚੋਂ। ਚਰਨ ਬੰਦਨਾ ਕੋ ਕਰਤਾ ਜਾਨੀ ਅਜਮਤ ਪੀਨਾ। ਕਿਉਂਕਿ ਉਦੋਂ ਫਿਰ ਥੋੜੀ ਲੋੜ ਸੀ ਦਿਖਾਉਣ ਦੀ ਮੌਕੇ ਤੇ,
ਨਹੀਂ ਤਾਂ ਕੋਈ ਮੰਨਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਭਾਰੀ ਅਜ਼ਮਤ ਦਿਖਾ ਕੇ ਉਹਨਾਂ ਨੂੰ ਇਸ ਤਰ੍ਹਾਂ ਕੀਤਾ। ਜਦ ਛੇਵੇਂ ਪਾਤਸ਼ਾਹ ਮਹਾਰਾਜ ਲਾਹੌਰ ਕੋਲੋਂ ਲੰਘੇ ਜਾ ਰਹੇ ਸੀ, ਇੱਕ ਪੰਡਤ ਨੂੰ ਕਹਿੰਦੇ ਪਾਣੀ ਮਿਲੇਗਾ ਕਿਤੇ, ਸਾਡੀਆਂ ਫੌਜਾਂ ਨੇ ਜਲ ਛਕਣਾ। ਕਹਿੰਦੇ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ, ਪਾਣੀ ਨਹੀਂ ਪ੍ਰਗਟ ਕਰ ਸਕਦੇ? ਮਹਾਰਾਜ ਕਹਿੰਦੇ ਕਰ ਲੈਂਦੇ ਹਾਂ ਹੁਣੇ, ਫਿਰ ਤੇਰੀ ਕੀ ਲੋੜ ਹੈ। ਵਰਛਾ ਉੱਥੇ ਖੜਿਆ ਨਹੀਂ ਮਾਰਿਆ, ਰਸਤੇ 'ਚ ਹੀ ਉੱਥੇ ਹੀ ਪਾਣੀ ਕੱਢ ਦਿੱਤਾ। ਐਡੀ ਧਾਰਾ ਵਗ ਪਈ, ਕਰੋ ਵੀ ਫੌਜੋ ਇਸ਼ਨਾਨ ਕਰੋ, ਜਲ ਛਕੋ ਇੱਥੇ। ਪੰਡਤ ਨੂੰ ਕਹਿੰਦੇ ਤੂੰ ਵੀ ਪੀ ਲੈ ਹੁਣ ਇੱਥੋਂ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਕੇ ਲਾਹੌਰ ਵੀ ਪਾਣੀ ਪ੍ਰਗਟ ਕੀਤਾ। ਸਤਿਗੁਰੂ ਜਿੱਥੇ ਚਾਹਣ। ਬਲੀ ਕੰਧਾਰੀ ਕਹਿੰਦਾ, ਭਾਈ ਮਰਦਾਨਾ ਕਹਿੰਦੇ ਪਾਣੀ ਲੈਣ ਗਏ, ਉਹਨਾਂ ਨੇ ਅੱਗੇ ਪੁੱਠਾ ਸਿੱਧਾ ਬੋਲਿਆ। ਮਹਾਰਾਜ ਨੇ ਠੀਕਰੀ ਚੁੱਕ ਲਈ ਥੱਲੇ ਪਹਾੜੀ ਦੇ, ਉਹ ਠੀਕਰੀ ਚੁੱਕਿਓ ਉੱਥੋਂ ਸਾਰਾ ਪਾਣੀ ਬਾਹਰ ਨਿਕਲਿਆ ਉਹਦੇ ਖੂਹ ਦਾ ਹੀ। ਮੁੜ ਕੇ ਉਹ ਤੋਂ ਤਾਂ ਪੱਥਰ ਸਿੱਟਿਆ ਸੀ ਉਹਨੇ। ਇਸ ਕਰਕੇ ਸਤਿਗੁਰੂ ਜਿਵੇਂ ਚਾਹਣ ਉਵੇਂ ਹੀ ਕਰ ਸਕਦੇ ਨੇ। ਸਰਬ ਕਲਾ ਸਮਰੱਥ ਸਤਿਗੁਰਾਂ ਨੇ ਮੱਕੇ ਵਿੱਚ ਪਾਣੀ ਜਾ ਕੱਢਿਆ ਹੈ। ਬੂਝਤ ਭੇ ਕੇ ਥਾਨ ਤੇ ਇਹ ਤੋ ਨਿਕਸਿਓ ਨੀਰਾ। ਪੁੱਛਣ ਲੱਗੇ ਪਾਣੀ ਇੱਥੇ ਕਿਵੇਂ ਨਿਕਲਿਆ ਇਸ ਜਗ੍ਹਾ ਤੋਂ? ਹਮੈ ਬਤਾਵੋ ਭੇਦ ਸਭ ਤੁਮਹੁ ਗੁਨੀ ਗਹੀਰਾ। ਸਾਨੂੰ ਇਹ ਭੇਦ ਦੱਸੋ ਮਹਾਰਾਜ ਜੀ, ਤੁਸੀਂ ਗੁਣਾਂ ਦੇ ਗਹੀਰ ਖਜ਼ਾਨੇ ਹੋ ਜੀ। ਸ੍ਰੀ ਗੁਰ ਬੋਲੇ ਕਲਾ ਨਿਦਾ ਏ ਸਿਵਲਿੰਗ ਸਥਾਨ। ਮਹਾਰਾਜ ਸੱਚੇ ਪਾਤਸ਼ਾਹ ਕਲਾ ਦੇ ਖਜ਼ਾਨੇ ਬੋਲੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸਿਵਲਿੰਗ ਸਥਾਨ ਹੈ। ਜਾ ਮੈਂ ਬਰਕਤ ਵੱਡੀ ਹੈ ਚਹਿਤ ਜੋ ਦੇਤ ਸੋ ਦਾਨ। ਇਹਦੇ 'ਚ ਬੜੀ ਬਰਕਤ ਹੈ। ਜੇ ਕੋਈ ਇੱਥੇ ਕੋਈ ਕਰਮ ਕਰਦਾ ਹੈ, ਕੁਕਰਮ ਨਹੀਂ ਕਰਮ, ਕੋਈ ਵੀ ਬੰਦਾ ਕਰਮ ਕਰਦਾ ਉਹਨੂੰ ਉਹ ਫਲ ਦੇ ਦਿੰਦਾ, ਕਿਉਂਕਿ ਉਹਦੀ ਵੀ ਤਪੱਸਿਆ ਬਹੁਤ ਹੈ। ਸੋ ਇਹ ਗੱਲ ਹੁਣ ਵੀਰ ਸਿੰਘ ਜੀ ਆਪਣਾ ਪੱਖ ਲਿਖਦੇ ਨੇ ਕਿ ਇਹ ਗੱਲ ਨਾ ਭਾਈ ਗੁਰਦਾਸ ਜੀ ਨੇ ਲਿਖੀ ਹੈ ਤੇ ਨਾ ਹੀ ਪੁਰਾਣੀ ਜਨਮ ਸਾਖੀ ਵਾਲੇ ਨੇ। ਮੱਕਾ ਸ਼ਿਵਾ ਦਾ ਥਾਂ ਹੈ ਤੇ ਗੁੱਝੇ ਪਾਣੀ ਨਾਲ ਦੇਵਤੇ ਉਸ ਨੂੰ ਨਲਾਉਂਦੇ ਹਨ। ਇਹ ਹਿੰਦੂਆਂ ਵਿੱਚ ਇੱਕ ਆਮ ਪ੍ਰਸਿੱਧ ਕਹਾਵਤ ਹੈ। ਉਹ ਗੱਲ ਜਨਮ ਸਾਖੀ ਜੋ ਬਾਲੇ ਵਾਲੀ ਕਹੀ ਦੀ ਕਿ ਵਿੱਚ ਲਿਖੀ ਹੈ, ਉਹ ਗੱਲ ਇੱਥੇ ਕਵਿਤਾ ਵਿੱਚ ਕਵੀ ਜੀ ਨੇ ਲਿਖ ਦਿੱਤੀ। ਕਦੇ ਕਾਬੇ ਵਿੱਚ 360 ਬੁੱਤ ਹੁੰਦੇ ਸਨ। ਇੱਕ ਪੱਥਰ ਜਿਹਨੂੰ ਸੰਗ ਅਸਵਰ ਕਹਿੰਦੇ ਸਨ, ਅੰਡਾਕਾਰ ਸ਼ਕਲ ਦਾ ਦੱਸੀਦਾ ਹੈ ਤੇ ਕਹਿੰਦੇ ਹਨ ਕਿ ਇਬਰਾਹੀਮ ਨੇ ਇਹ ਅਣਘੜਿਆ ਪੱਥਰ ਆਪ ਧਰਿਆ ਸੀ। ਇਸੇ ਨੂੰ ਹਿੰਦੂ ਆਪਣਾ ਜੋਤੀਲਿੰਗ ਦੱਸਦੇ ਨੇ ਜੋ ਹੁਣ ਤੱਕ ਹੈ। ਪਰ ਕਿਸੇ ਹੀ ਪੱਥਰ ਦੀ ਮਹਿਮਾ ਤੇ ਫਰਿਸ਼ਤਿਆਂ ਦੀ ਰਾਖੀ ਗੁਰੂ ਨਾਨਕ ਜੀ ਦੀ ਸਿੱਖਿਆ ਦੇ ਵਿਰੁੱਧ ਹੈ। ਇਸ ਲਈ ਇਹ ਵਾਕ ਗੁਰੂ ਜੀ ਦੇ ਨਹੀਂ ਹੋ ਸਕਦੇ, ਪਰ ਹਿੰਦਾਲੀਏ ਜਨਮ ਸਾਖੀ ਵਾਲੇ ਦੇ ਆਪਣੇ ਹਨ ਤੇ ਮੰਨਣੇ ਯੋਗ ਨਹੀਂ ਹਨ। ਫਰਿਸ਼ਤਿਆਂ ਦੇ ਸੰਗ ਆਸਵਦ ਦਾ ਜੋਤੀਲਿੰਗ ਨੂੰ ਧੋਣ ਦੀ ਕਹਾਵਤ ਵਿੱਚ ਜਨਮ ਸਾਖੀ ਵਾਲੇ ਦੀ ਮਸਖਰੀ ਨਾ ਹੋਵੇ ਕਿ ਬੜੇ ਬੜੇ ਬੁੱਤ ਸ਼ਿਕਰ ਮੋਮਨ ਮੁਸਲਮਾਨ ਇਹਨੂੰ ਚੁੰਮਦੇ ਨੇ। ਆਪ ਹਜ਼ਰਤ ਤੇ ਖਲੀਫਾ ਉਮਰ ਨੇ ਇਸ ਨੂੰ ਚੁੰਮਿਆ। ਇਹ ਚੁੰਮਣਾ ਮਾਨੋ ਇਸ ਢੰਗ ਦੇ ਨਾਲ ਸ਼ਿਵਲਿੰਗ ਦਾ ਇਸ਼ਨਾਨ ਕਰਾਉਣਾ ਹੈ ਤੇ ਬੁੱਤ ਸ਼ਿਕਨਾਂ ਦੇ ਕੇਂਦਰੀ ਮੰਦਰਾਂ ਵਿੱਚ ਇਹ ਬੁੱਤ ਪ੍ਰਸਤ ਦਾ ਨੁਕਤਾ ਗੱਡਿਆ ਪਿਆ ਹੈ। ਉਸੇ ਮਖੌਲ ਨੂੰ ਕਵੀ ਜੀ ਨੇ ਮਖੌਲ ਕਰਕੇ ਦੁਹਰਾਇਆ ਹੋਵੇ। ਇਸ ਪਰ ਆਮ ਮੁਸਲਮਾਨ ਵੀ ਉਹੀ ਜਿਹੀਆਂ ਫਬਤੀਆਂ ਕਹਿੰਦੇ ਨੇ। ਸੋ ਇਸ ਢੰਗ ਨਾਲ ਉਹ ਲਿਖਦੇ ਨੇ ਕਿ ਹਜ਼ਰ में संग असवद बुत कदवे में संग मरमर है पाला पत्थरों से ही पड़ा शेखों ब्राह्मण का। शौकत मेरठ ने लिखा है, खुदा के वास्ते काबे से पर्दा ना उठा जाहिद, कहीं या में भी बहु काफर सनम ही ना निकल आए। पर हर हाल विच अंक 27 ਤੋਂ 32 तक ਗੁਰੂ ਉਚਾਰਤ ਨਹੀਂ ਸਮਝਣਾ ਚਾਹੀਦਾ। ਭਾਈ ਵੀਰ ਸਿੰਘ ਦਾ ਆਪਣਾ ਖਿਆਲ ਹੈ, ਕਿਉਂਕਿ ਉਹਨਾਂ ਨੇ ਟਿੱਪਣੀ ਲਿਖੀ ਥੱਲੇ, ਆਪਾਂ ਨੂੰ ਦੱਸਣੀ ਵੀ ਜ਼ਰੂਰੀ ਹੈ। ਇਹ ਕਈ ਚੀਜ਼ਾਂ ਜਿਹੜੀਆਂ ਹਲੇ ਵੀ ਖੋਜ ਦੇ ਯੋਗ ਹਨ, ਖੋਜ ਕਰਨ ਤੋਂ ਬਾਅਦ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜੀ ਅਸੀਂ ਸਿਰਫ ਉਹ ਬੋਲਣੀਆਂ ਹੁੰਦੀਆਂ ਜਿਹੜੀਆਂ ਲਿਖੀਆਂ ਹੁੰਦੀਆਂ ਨੇ। ਜੋ ਪੁਸਤਕ ਅੰਦਰ ਕਵੀ ਜੀ ਨੇ ਲਿਖਿਆ ਉਹ ਵੀ ਬੋਲ ਦਿੱਤਾ, ਜਿਹੜਾ ਭਾਈ ਵੀਰ ਸਿੰਘ ਨੇ ਲਿਖਿਆ ਉਹ ਵੀ ਬੋਲ ਦਿੱਤਾ, ਜੋ ਭਾਈ ਗੁਰਦਾਸ ਨੇ ਕਿਹਾ ਉਹ ਵੀ ਦੱਸ ਦਿੱਤਾ। ਇਸ ਢੰਗ ਨਾਲ ਕਈ ਚੀਜ਼ਾਂ ਖੋਜ ਤਲਬ ਹੁੰਦੀਆਂ ਨੇ, ਉਹਨਾਂ ਦੀ ਹਲੇ ਖੋਜ ਹੋ ਰਹੀ ਹੈ। ਜਾ ਮੈਂ ਬਰਕਤ ਵੱਡੀ ਹੈ ਚਹਿਤ ਜੋ ਦੇਤ ਸੋ ਦਾਨ। ਇਹਦੇ 'ਚ ਬਰਕਤ ਵੱਡੀ ਹੈ ਥਾਂ ਦੇ ਵਿੱਚ, ਪਰ ਮਹਾਰਾਜ ਨੇ ਉੱਥੇ ਜਲ ਪ੍ਰਗਟ ਕੀਤਾ, ਇਹ ਤਾਂ ਗੱਲ ਪੱਕੀ ਹੈ। ਇਹਦੇ ਵਿੱਚ ਜੋ ਵੀ ਕੋਈ ਮੰਗਦਾ ਹੈ ਥਾਂ ਦੇ ਵਿੱਚ ਸ਼ਕਤੀ ਹੈ, ਕਿਉਂਕਿ ਉੱਥੇ ਭਗਤੀ ਹੈ। ਭਗਤੀ ਹੋਣ ਕਰਕੇ ਹੀ ਉਹ ਥਾਂ ਦੇ ਸ਼ਕਤੀ। ਪਰ ਮੇਰਾ ਵਿਚਾਰ ਹੈ ਕਿ ਗੁਰੂ ਨਾਨਕ ਦੇਵ ਜੀ ਤੁਸੀਂ ਆਪ ਨਿਰੰਕਾਰ ਹੋ। ਸਤਿਗੁਰੂ ਇਹ ਨਹੀਂ ਕਹਿੰਦੇ ਕਿ ਜਲ ਅਸੀਂ ਕੱਢਿਆ, ਤੁਹਾਡੀ ਨਿਮਰਤਾ ਹੈ। ਤੁਸੀਂ ਆਪਣੀ ਨਿਮਰਤਾ ਨੂੰ ਪਾਸੇ ਕਰਕੇ, ਆਪਣੀ ਨਿਮਰਤਾ ਨੂੰ ਸਾਹਮਣੇ ਰੱਖ ਕੇ ਕਹਿੰਦੇ ਹੋ ਕਿ ਇਹ ਜਲ ਦੀ ਆਉਂ ਹੈ। ਤੁਸੀਂ ਆਪ ਪਰਮੇਸ਼ਰ ਬੈਠੇ ਹੋ, ਤੁਹਾਨੂੰ ਕੀ ਲੋੜ ਹੈ ਕਹਿਣ ਦੀ ਕਿ ਉਹ ਫਲਾਨਾ ਥਾਂ ਹੈ ਤਾਂ ਇੱਥੇ ਸ਼ਕਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਜਲ ਕੱਢਿਆ ਹੈ, ਅਸੀਂ ਤਾਂ ਇਹੀ ਜਾਣਦੇ ਜਲ ਗੁਰੂ ਨਾਨਕ ਦੇਵ ਜੀ ਨੇ ਸੋਟਾ ਮਾਰ ਕੇ ਕੱਢਿਆ ਹੈ।
ਅਨ ਹੈ ਆਪ ਫਰੇਸਤੇ ਗੁਸਲ ਕਰਾਵ ਹੈ ਲਿੰਗ। ਸੋ ਆਪ ਕਹਿੰਦੇ ਫਰੇਸ਼ਤੇ ਆਉਂਦੇ ਨੇ ਉਸ ਥਾਂ ਦੇ ਉੱਤੇ ਇਸ਼ਨਾਨ ਕਰਾਉਂਦੇ ਹਨ। ਸੋ ਨਿਕਸਿਓ ਵਹਿਰ ਕੋ ਉਜੂ ਕੀਓ ਜਹ ਸੰਗ। ਸੋ ਜਿਹਦੇ ਨਾਲ ਤੁਸੀਂ ਉਜ਼ੂ ਕੀਤਾ ਹੈ ਉਹੀ ਪਾਣੀ ਬਾਹਰ ਨਿਕਲਿਆ ਹੈ ਇੱਥੇ। ਪਾਪ ਪੈਗੰਬਰ ਤੁਮਾਰ ਜੋ ਨਾਮ ਮੁਹੰਮਦ ਜਾਹੇ। ਜਿਹੜੇ ਤੁਹਾਡੇ ਪੈਗੰਬਰ ਜੀ ਹੋਏ ਮੁਹੰਮਦ ਜੀ ਜਿਨ੍ਹਾਂ ਦਾ ਨਾਮ ਹੈ। ਜੇ ਕੀ ਤੁਮ ਉਮਤ ਸਭੈ ਇਠਾਂ ਤਪ ਕੀਆ ਤਾਹੇ। ਕਹਿੰਦੇ ਮੁਹੰਮਦ ਜੀ ਨੇ ਇਸ ਥਾਂ ਦੇ ਉੱਤੇ ਬੈਠ ਕੇ ਬਹੁਤ ਸਾਰਾ ਤਪ ਕੀਤਾ ਹੈ। ਉਸੇ ਤਪ ਕਰਕੇ ਹੀ ਸਾਰਾ ਕੁਝ ਹੁੰਦਾ ਹੈ। ਸਤਿਗੁਰੂ ਇਸ ਤਰ੍ਹਾਂ ਤਾਂ ਕਹਿੰਦੇ ਨੇ ਕਿ ਉਹਨਾਂ ਦੀ ਸ਼ਰਧਾ ਜਿਹੜੀ ਉੱਥੇ ਬਣੀ ਰਹੇ, ਉਹਨਾਂ ਦੀ ਸ਼ਰਧਾ ਉਸੇ ਥਾਂ ਦੇ ਉੱਤੇ ਬਣੀ ਰਹੇ ਤਾਂ ਕਿ ਸਾਡੇ ਵੱਲ ਨੂੰ ਨਾ ਝਾਕਣ। ਸ਼ਰਧਾ ਉਸ ਥਾਂ ਦੀ, ਇਹ ਵੱਡਿਆਂ ਦੀ ਇੱਕ ਰੀਤੀ ਹੁੰਦੀ ਹੈ ਕਿ ਜਿੱਥੇ ਕਿਸੇ ਦੀ ਸ਼ਰਧਾ ਬਣੀ ਹੋਵੇ ਉਹਦੀ ਸ਼ਰਧਾ ਨੂੰ ਉੱਥੇ ਪੱਕੇ ਕਰਕੇ ਰੱਖਣਾ ਹੁੰਦਾ ਹੈ। ਬੁਜ਼ਰਗ ਕੋਇ ਸਥਾਨ ਲਖਾ ਜੋ ਕੋ ਕੀਨ ਆਹਾਰ। ਸੋ ਬੁਜ਼ਰਗ ਜਿਹੜੇ ਤੁਹਾਡੇ ਵੱਡੇ ਬਜ਼ੁਰਗ ਨੇ ਇਸ ਥਾਂ ਨੂੰ ਜਾਣ ਕੇ ਉਹਨਾਂ ਨੇ ਜੌਂ ਦਾ ਭੋਜਨ ਕੀਤਾ ਸੀ। ਕੀਨ ਬੰਦਗੀ ਅੱਲਾਹ ਕੀ ਚਰੰਕਾਲ ਤਪਤਾਰ। ਉਹਨਾਂ ਨੇ ਚਿਰੰਕਾਲ ਤੱਕ ਇੱਕ ਜੌਂ ਖਾ ਕੇ ਹੀ ਇਸ ਥਾਂ ਦੇ ਉੱਤੇ ਬਹੁਤ ਤਪੱਸਿਆ ਕੀਤੀ ਮੁਹੰਮਦ ਜੀ ਨੇ। ਪਾਏ ਫਰਿਸ਼ਤੇ ਕੋ ਦਰਸ ਸਖਤਵਾਨ ਹੋਵੈ ਸੋਏ। ਉਹ ਫਰਿਸ਼ਤੇ ਦਾ ਦਰਸ਼ਨ ਪਾ ਕੇ ਸ਼ਕਤੀਵਾਨ ਹੋਏ ਸਨ। ਪੂਰਨ ਪੈਗੰਬਰ ਭਇਓ ਜਗ ਮਹਿ ਪ੍ਰਗਟ ਹੋਏ। ਕਹਿੰਦੇ ਪੂਰਨ ਪੈਗੰਬਰ ਹੋਏ ਨੇ ਤੇ ਜਗ ਦੇ ਵਿੱਚ ਉਹ ਪ੍ਰਗਟ ਹੋਏ ਹਨ ਇਸ ਤਰੀਕੇ ਨਾਲ। ਸੁਣ ਕਰ ਸਭ ਹੀ ਸਰੋਨ ਮੈਂ ਧੰਨ ਧੰਨ ਮੁਖ ਭਾਖ। ਸੁਣ ਕੇ ਕੰਨਾਂ ਦੇ ਵਿੱਚ ਸਾਰਿਆਂ ਨੇ ਕਿਹਾ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ। ਚਰਚਾ ਕੀਨੀ ਅਦਕ ਹੀ ਹਿਰਦੇ ਭਾਉ ਕੋ ਰਾਖ। ਮਨ ਦੇ ਅੰਦਰ ਪ੍ਰੇਮ ਰੱਖ ਕੇ ਬਹੁਤ ਭਾਰੀ ਚਰਚਾ ਕੀਤੀ ਆਪਸ ਵਿੱਚ। ਗ੍ਰੰਥ ਵਡਣ ਤੇ ਨਹਿ ਕਹੀ ਕਿੰਨੀ ਕਥਾ ਸਮਾਸ। ਇਹ ਕਥਾ ਮੈਂ ਕਹਿੰਦੇ ਸੰਖੇਪ ਕਰ ਦਿੱਤੀ ਕਿ ਗ੍ਰੰਥ ਬਹੁਤ ਵੱਡਾ ਨਾ ਵੱਧ ਜਾਵੇ, ਇਸ ਕਰਕੇ ਮੈਂ ਸਾਰੀ ਨਹੀਂ ਲਿਖੀ ਇੱਥੇ। ਜੰਪ ਹੈ ਨਾਮ ਪੂੰਜਹਿ ਚਰਨਾ ਭਈ ਤੁਰਕ ਸਭ ਦਾਸ। ਨਾਮ ਜਪਦੇ ਨੇ ਸਾਰੇ ਜਾਣੇ, ਚਰਨਾਂ ਦੀ ਪੂਜਾ ਕਰਦੇ ਨੇ, ਸਾਰੇ ਦਾਸ ਹੋ ਗਏ ਨੇ। ਸਭ ਕਾਜੀ ਅਤ ਦੀਨ ਹਵੈ ਕਹੈ ਬੈਨ ਸਿਰ ਨਾਏ। ਸਾਰੇ ਕਾਜੀ ਅਤਿਅੰਤ ਦੀਨ ਹੋ ਕੇ ਸਿਰ ਨਵਾ ਕੇ ਕਹਿੰਦੇ ਹਨ। ਦੀਜੈ ਚਰਨ ਖਰਾਮ ਅਬ ਹਮ ਪੂਜੈ ਚਿਤ ਲਾਏ। ਕਿ ਆਪ ਜੀ ਕਿਰਪਾ ਕਰੋ ਸਾਨੂੰ ਖੜਾਮ ਬਖਸ਼ਿਸ਼ ਕਰ ਦਿਓ, ਅਸੀਂ ਚਿੱਤ ਲਾ ਕੇ ਪੂਜਦੇ ਹਾਂ। ਸਵਈਆ ਦੂਸਰੀ ਕੌਸਾ ਲਈ ਧਰ ਕਾਬੇ ਮੈਂ ਪੂਜਤ ਤਾਹੇ ਸਭੈ ਤੁਰ ਕਾਨਾ ਹੈ। ਇਸ ਤਰੀਕੇ ਨਾਲ ਕਵੀ ਨੇ ਜਿਹੜਾ ਲਿਖਿਆ ਕਿ ਇੱਕ ਖੜਾਮ ਤਾਂ ਮਦੀਨੇ ਦਿੱਤੀ ਸੀਗੀ, ਇੱਕ ਮੱਕੇ 'ਚ ਦਿੱਤੀ। ਦੋ ਥਾਵਾਂ ਦੇ ਉੱਤੇ ਖੜਾਮ ਮਹਾਰਾਜ ਨੇ ਅਲੱਗ-ਅਲੱਗ ਦਿੱਤੀ ਹੈ। ਸੋ ਹੇਠ ਲਿਖੀ ਬਾਤ ਭਾਈ ਸਾਹਿਬ ਸੰਤ ਸੰਗਤ ਸਿੰਘ ਜੀ ਉੱਚ ਤੋਂ ਆਪ ਪਤਾ ਕਰਕੇ ਆਏ ਹਨ ਕਿ ਕਹਿੰਦੇ ਰਿਆਸਤ ਬਹਾਵਲਪੁਰ ਵਿੱਚ ਉੱਚ ਸ਼ਰੀਫ ਨਾਮ ਕਰਕੇ ਇੱਕ ਜਗ੍ਹਾ ਜਿੱਥੇ ਸੈਯਦ ਜਲਾਲ ਸਾਨੀ ਮਖਦੂਮ ਰੁਕਨਦੀਨ ਅਬੁਲ ਫਤਿਹ ਹੋਏ ਹਨ। ਇਹ ਹਜ਼ਰਤ ਅਲੀ ਨਕੀ ਦੇ ਖਾਨਦਾਨ ਦੇ ਸੈਯਦ ਸਾਹਿਬ ਸਨ। ਭਾਵੇਂ ਇਹ ਅਰਬ ਤੋਂ ਹਿੰਦ ਵਿੱਚ ਆ ਗਏ ਸਨ, ਪਰ ਜਦੋਂ ਇਹ ਮੱਕੇ ਸ਼ਰੀਫ ਜਾਂਦੇ ਸਨ ਤਦ ਇਹ ਉੱਥੋਂ ਦੇ ਸ਼ਰੀਫ ਸਮਾਨ ਹੁੰਦੇ ਸਨ। ਜਦੋਂ ਗੁਰੂ ਬਾਬਾ ਜੀ ਮੱਕੇ ਗਏ ਤਦੋਂ ਮਖਦੂਮ ਰੁਕਨਦੀਨ ਸਾਹਿਬ ਵੀ ਉੱਥੇ ਸਨ। ਇਹਨਾਂ ਦੇ ਨਾਲ ਲਾਲ ਜਤੀ ਆਦਿਕ ਕਈ ਹਿੰਦੀ ਫਕੀਰ ਵੀ ਉੱਥੇ ਹੀ ਸਨ। ਜਦੋਂ ਸਤਿਗੁਰੂ ਬਾਬਾ ਜੀ ਨੇ ਚਰਨਾਂ ਨਾਲ ਕਾਬਾ ਫੇਰਿਆ ਤਾਂ ਸਾਰੇ ਮੁਸਲਮਾਨਾਂ ਨੇ ਗੁਰੂ ਬਾਬੇ ਨਾਲ ਧਰਮ ਵਿਸ਼ੇ ਤੇ ਪ੍ਰਸ਼ਨ ਉੱਤਰਾਂ ਲਈ ਮਖਦੂਮ ਰੁਕਨਦੀਨ ਜੀ ਨੂੰ ਹੀ ਅੱਗੇ ਕੀਤਾ ਸੀ। ਆਪ ਦਾ ਨਾਮ ਹੀ ਜਨਮ ਸਾਖੀਆਂ ਵਿੱਚ ਰੁਕਨਲ ਲਿਖਿਆ ਹੈ। ਜਦ ਹਰ ਤਰ੍ਹਾਂ ਗੁਰੂ ਬਾਬੇ ਜੀ ਵੱਲੋਂ ਆਪ ਨੂੰ ਤਸੱਲੀ ਬਖਸ਼ ਜਵਾਬ ਮਿਲੇ ਤੇ ਅੱਖੀਂ ਬਰਕਤ ਵੇਖੀ, ਆਪ ਗੁਰੂ ਜੀ ਦੇ ਸਾਧਕ ਬਣ ਗਏ ਤੇ ਨਿਸ਼ਾਨੀ ਮੰਗੀ। ਤਦੋਂ ਸਤਿਗੁਰੂ ਨੇ ਆਪਣੀ ਕੌਂਸ ਬਖਸ਼ਿਸ਼ ਕੀਤੀ ਸੀ। ਉਸ ਵਕਤ ਕੌਂਸ ਉਸ ਖੜਾਮ ਨੂੰ ਆਖਦੇ ਹਨ ਜਿਸ ਦੀ ਖੂੰਟੀ ਨਾ ਹੋਵੇ। ਇਹ ਕੌਂਸ ਆਪ ਮੱਕੇ ਵਿੱਚ ਪਾਸ ਰੱਖ ਕੇ ਬੜੇ ਸਤਿਕਾਰ ਨਾਲ ਆਪ ਦਰਸ਼ਨ ਕਰਦੇ ਤੇ ਹੋਰਨਾਂ ਸਾਧਕਾਂ ਨੂੰ ਦਰਸ਼ਨ ਕਰਾਉਂਦੇ ਰਹੇ। ਜਦੋਂ ਆਪ ਹਿੰਦ ਨੂੰ ਆਏ ਤਾਂ ਪਿਆਰੇ ਗੁਰੂ ਦੀ ਨਿਸ਼ਾਨੀ ਉਹ ਕੌਂਸ ਨਾਲ ਹੀ ਲੈ ਆਏ। ਇਹ ਖੜਾਵਾਂ ਅੱਜ ਤੱਕ ਸਤਿਕਾਰ ਨਾਲ ਉੱਚ ਸ਼ਰੀਫ ਦੇ ਪੀਰ ਜੀ ਦੇ ਤੋਸ਼ੇਖਾਨੇ 'ਚ ਮੌਜੂਦ ਨੇ ਔਰ ਬੜੇ ਸਤਿਕਾਰ ਨਾਲ ਉਹਨਾਂ ਨੇ ਰੱਖੀਆਂ ਹੋਈਆਂ ਨੇ। ਕਈ ਵੇਰ ਧਨਵਾਨ ਸਿੱਖਾਂ ਨੇ ਬਹੁਤ ਸਾਰੀ ਨਗਦੀ ਜ਼ਮੀਨ ਆਦਿ ਨਜ਼ਰਾਨਾ ਦੇ ਕੇ ਖੜਾਵਾਂ ਲੈਣੀਆਂ ਚਾਹੀਆਂ ਨੇ, ਪਰ ਉੱਥੋਂ ਦੇ ਪੀਰ ਸਾਹਿਬ ਨੇ ਮੁਕੱਦਸ ਚੀਜ਼ ਸਮਝ ਕੇ ਨਹੀਂ ਦਿੱਤੀਆਂ। ਜੇ ਭਾਈ ਖੰਘ ਆਉਂਦੀ ਬਾਹਰ ਚਲੇ ਜਾਓ, ਮਾੜਾ ਜਿਹਾ ਰਿਕਾਰਡਿੰਗ ਹੁੰਦੀ ਨਾਲ ਨਾਲ ਫਿਰ ਵਿੱਚ ਹੀ ਆ ਜਾਣੀ। ਹਾਂ, ਕਦੇ ਕਦੇ ਦਰਸ਼ਨ ਕਰਾ ਦਿੰਦੇ ਨੇ, ਪਰ ਖਾਸ ਮੇਲਿਆਂ ਤੇ ਕੱਢਦੇ ਹਨ। ਉੱਚ ਦੇ ਪੀਰ ਕੇਸ ਰੱਖਦੇ ਨੇ ਤੇ ਗੁਰੂ ਘਰ ਨੂੰ ਮੰਨਦੇ ਸਨ। ਗੁਰੂ ਗੋਬਿੰਦ ਸਿੰਘ ਦੇ ਤਦੇ ਉੱਚ ਦੇ ਪੀਰਾਨ ਪੀਰ ਕਹਾਏ ਨੇ।
ਤੋ ਦੱਖਣ ਜਾਂਦਿਆਂ ਦਸਮ ਗੁਰੂ ਜੀ ਉੱਚ ਦੇ ਪੀਰ ਨੂੰ ਵਰ ਦੇ ਕੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਉਸ ਵਰ ਦਾ ਸਤਿਕਾਰ ਕੀਤਾ ਸੀ। ਸੋ ਇਹ ਤਾਂ ਹੈ ਖੋਜ ਪੱਕੀ ਕਿ ਉਹ ਖੜਾਵਾਂ ਦਿੱਤੀਆਂ ਸਨ ਤੇ ਖੜਾਵਾਂ ਉਸ ਪਰਿਵਾਰ ਕੋਲ ਪਈਆਂ ਨੇ, ਔਰ ਸਿੰਘਾਂ ਨੇ ਪਤਾ ਵੀ ਕੀਤਾ, ਖਰੀਦਣ ਦਾ ਯਤਨ ਵੀ ਕੀਤਾ, ਪਰ ਉਹਨਾਂ ਨੇ ਦਿੱਤੀਆਂ ਨਹੀਂ ਹਨ। ਇਹ ਗੱਲ ਸਹੀ ਹੈ ਕਿ ਉੱਥੇ ਮਹਾਰਾਜ ਨੇ ਖੜਾਵਾਂ ਦਿੱਤੀਆਂ ਸੀ ਆਪਣੀਆਂ, ਔਰ ਪੀਰ ਜੀ ਰੁਕਨਲ ਜੀ ਉੱਥੇ ਮਖਦੂਮ ਰੁਕਨਦੀਨ ਜੀ ਨੇ ਉਹ ਆਪਣੇ ਘਰ ਦੇ ਵਿੱਚ ਰੱਖੀਆਂ ਹੋਈਆਂ ਨੇ। ਉਹ ਜਿਹੜੇ ਪੀਰ ਸਨ ਉੱਚ ਸ਼ਰੀਫ ਨਾਮ ਕਰਕੇ ਜਗ੍ਹਾ ਹੈ। ਜੋ 10ਵੇਂ ਪਾਤਸ਼ਾਹ ਮਹਾਰਾਜ ਨੇ ਉੱਚ ਦਾ ਪੀਰ ਸੋ ਉਸ ਵਕਤ ਬਣੇ ਸਨ, ਆਪ ਨੂੰ ਪਤਾ ਹੋਵੇਗਾ। ਤੋ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਨਾ ਨਿਕਲ ਕੇ ਚਮਕੌਰ ਦੀ ਗੜੀ ਦੇ ਵਿੱਚੋਂ, ਉਦੋਂ ਜਦੋਂ ਇਹਨਾਂ ਨੇ ਗਨੀ ਖਾਂ ਤੇ ਨਬੀ ਖਾਂ ਨੇ ਪਲੰਘ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਬਿਠਾ ਕੇ ਨੀਲੇ ਬਸਤਰ ਪਾ ਕੇ ਚੁੱਕਿਆ ਸੀ, ਪਲੰਘ ਤੇ ਬਿਠਾਇਆ ਸੀ। ਸਤਿਗੁਰੂ ਨੇ ਕੇਸ ਪਿੱਛੇ ਨੂੰ ਖਿਲਾਰੇ ਸਨ ਤੇ ਇਸ ਪ੍ਰਕਾਰ ਉੱਤੇ ਬਸਤਰ ਲਿਆ ਹੋਇਆ ਸੀ ਸਿਰ ਦੇ ਉੱਤੇ, ਜਿਵੇਂ ਆਪਾਂ ਕੇਸ ਹਰੇ ਕਰਦੇ ਹਾਂ। ਰਸਤੇ 'ਚ ਤੁਰਕਾਂ ਨੇ ਪੁੱਛਿਆ ਸੀ ਇਹ ਕੌਣ? ਕਹਿੰਦੇ ਇਹ ਉੱਚ ਦਾ ਪੀਰ ਹੈ। ਇਹ ਉਹ ਉੱਚ ਦਾ ਪੀਰ ਦੱਸਿਆ, ਉੱਚ ਸ਼ਰੀਫ ਨਾਮ ਕਰਕੇ ਹੈ। ਇਹ ਪਰਿਵਾਰ ਦੇ ਕੋਲ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੜਾਵਾਂ ਹੁਣ ਤੱਕ ਮੌਜੂਦ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਖੜਾਵਾਂ ਉਹ ਪਰਿਵਾਰ ਹੁਣ ਵੀ ਪੂਜਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਵੀ ਉਸ ਦਾ ਸਤਿਕਾਰ ਕੀਤਾ ਹੈ। ਇਹ ਆਪ ਖੁਦਾਈ ਧਰਾ ਤਨ ਲੋਕ ਉਦਾਹਰਣ ਜੋ ਮਨ ਮਾਨਾ। ਇਸ ਤਰੀਕੇ ਨਾਲ ਕਹਿੰਦੇ ਖੁਦਾ ਨੇ ਸਰੀਰ ਧਾਰਨ ਕੀਤਾ ਹੈ। ਸਾਰਿਆਂ ਨੇ ਮਨ ਦੇ ਅੰਦਰ ਮੰਨਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਤਾਂ ਕਿਉਂਕਿ ਰਾਏ ਬਲਾਰ ਜੀ ਨੇ ਵੀ ਪੂਜਿਆ, ਗੁਰੂ ਨਾਨਕ ਦੇਵ ਜੀ ਨੂੰ ਦੌਲਤ ਖਾਨ ਨੇ ਵੀ ਪੂਜਿਆ, ਗੁਰੂ ਨਾਨਕ ਦੇਵ ਜੀ ਨੂੰ ਤਾਂ ਸੁਲਤਾਨਪੁਰ ਸਾਹਿਬ ਵਾਲੇ ਕਾਜੀ ਨੇ ਵੀ ਮੱਥਾ ਟੇਕਿਆ। तो गुरु नानक देव सच्चे पातशाह नूं मुसलमान भी सारे पीरान पीर मानते सन। हिंदू कहते सन ये साडा है, मुसलमान कहते ये साडा है, सिख कहते ये साडा है। सारी दुनिया ने गुरु नानक देव जी नूं अपना समझिया बड़ा। इसे करके अंतिम समय ते गुरु नानक देव महाराज का जदों सतगुरु ने कौतक वरताया, आलोप ही हो गया शरीर करतारपुर साहब, तो उस वक्त जब जाके अंदर देखिया पलंग दे उत्ते चादर पई है बस, ते चादर जिहड़ी सी ओह हुण दोनां दे आपस विच डांग खड़कण लगी। ओह कहंदे असीं चादर दबणी है, साडा पीर सी। ओह कहंदे असीं संस्कार करनी है बई साडे गुरु सी। फिर ओह चादर कहंदे अद्धी अद्धी पाड़ लई दोनां जाणिਆਂ ने। ओह पाड़ के मुसलमानां ने चादर दब के उत्थे महाराज दी कबर बना दित्ती, ते जिहड़े सिख ते हिंदू सी इन्हां ने रल के उत्थे संस्कार करता चादर दा, ओह थां बना दित्ता। वो काफ़ी देर तक मुसलमान उस थां ते पूजा करते रहे, आके मत्थे टेकते रहे, पर सतगुरु ने मंजूर नहीं सी। एक बारी कहंदे रावी इन्ना दरिया चढ़ के आया, वो दोनों ही थावां नूं रोड़ के लै गया अपने नाल ही। वो दोनों थावां ही रुड़ गईयां हन। इस तरह वो दोनों थावां समाप्त हो गईयां ने। पर वो जे आपां खड़ के देखी डेरा बाबा नानक तो तां सामने करतारपुर साहब नज़र आउंदा है। लांघा भी उत्थों बनाउण लगे सी, पता नहीं हले विचारधीन है कि सीधे जाके सिख उस थां ते करतारपुर साहब मत्था टेक सकते हैं। कीरत होए रही जित ही तित ऊजल सोहत जो न समाना। गुरु नानक देव जी की कीर्ति सारे किते हुई है, जिवें चंद्रमा की चांदनी फैल जाती रात नूं, ऐसी सोहनी। बैठे होते कराल अकेले ही तासिन श्री मुख बैन बखाना। हुण महाराज जी सच्चे पातशाह मक्के दे विच बैठे कल्ले ही, भाई मरदाना जी ते बाला जी नाल ने। गुरु साहब ने एक बचन कहा, कविता हो मरदाना वैसे पास तेहे थाना, कहाँ आज हम याद कीनो मान सूसा नानकी। ओ मरदाना भाई बेबे याद करदी है सुल्तानपुर साहब। देखो मक्के बैठे महाराज कहते ने, कहते कहें आज हमें याद कीनो मान सूसा नानकी। मरदानिया बेबे नाल मेरा वादा है कि जे बेबे जिथे मर्जी मैं होवां तू याद करेंगी तो मैं जरूर आवांगा। चले अब चाहिए ना विलंब को लगाइए, सुध लीजा बेग जाए कारपुर सुल्तान की। कहने चलो फिर चलिए हुण देर ना लाइए, खबर लईए छेती जा करके सुल्तानपुर साहब दी। बोलो मरदाना अब संध्या काल भयो प्रभ कैसे विद बन ताहा तूर नहीं जान के। भाई मरदाना जी बोले महाराज हुण शाम दा वक्त है, दीवे जग पे ने, हुण जाण दी विधि किवें बनेगी? जे दिन हुंदा तां आपां तुर पैंदे, ते आपां हुण जावांगे किवें उत्थे जी? रहो एह ठौर रहन भोर को प्यान की, जै महिमा ना जान सके कर ना निधान की। महाराज ये थां होर एक रात कटदे, जे सवेर हो गया फिर आपां चल पवांगे। महिमा ना जान सके कर ना निधान की।
ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਨੂੰ ਜਾਣ ਨਾ ਸਕੇ। ਦੋਹਰਾ ਗੁਰੂ ਕਹੈ ਤੁਰਨ ਚਲੈ ਅਬਹੀ ਪੁਰ ਸੁਲਤਾਨ। ਮਹਾਰਾਜ ਕਹਿੰਦੇ ਛੇਤੀ ਚੱਲੀਏ ਭਾਈ। ਬੇਬੇ ਦਾ ਤਾਂ ਉਧਰ ਫੁਲਕਾ ਫੁੱਲਿਆ ਤਵੇ ਦੇ ਉੱਤੇ। ਬੇਬੇ ਤਾਂ ਕਹਿੰਦੀ ਮੇਰਾ ਵੀਰ ਜਿੱਥੇ ਮਰਜੀ ਆ ਕੇ ਰੋਟੀ ਖਾਵੇ। ਬੇਬੇ ਤਾਂ ਯਾਦ ਕਰਦੀ ਹੈ। ਸੂਸਾ ਸੰਗ ਮਮ ਬਚਨ ਹੈ ਕਿਉਂ ਕਰ ਸਕੈ ਸੁਹਾਨ। ਮਰਦਾਨਿਆਂ ਭੈਣ ਜੀ ਨਾਲ ਮੇਰਾ ਬਚਨ ਹੋਇਆ ਵਿਆਹ ਵੀ ਜਦ ਬੇਬੇ ਯਾਦ ਕਰੇਗੀ ਮੈਂ ਜਿੱਥੇ ਮਰਜੀ ਹੋਵਾਂ ਮੈਂ ਪਹੁੰਚਾਂਗਾ ਤੇਰੇ ਪਾਸ। ਅਸ ਕੈ ਗਮਨੇ ਤੁਰਤ ਹੀ ਹੁਤੋ ਜੋ ਸੰਧਿਆ ਕਾਲ। ਸੰਧਿਆ ਕਾਲ ਸਮੇਂ ਭਾਈ ਮਰਦਾਨਾ ਬਾਲਾਂ ਨੂੰ ਲੈ ਕੇ ਚੱਲ ਪਏ ਹਨ। ਕਟੀ ਨਿਸਾ ਬੀਤੀ ਜਬ ਹੈ ਪਹੁੰਚੀ ਨਗਰ ਕਿਰਪਾਲ। ਇੱਕ ਘੜੀ ਜਦੋਂ ਬਤੀਤ ਹੋਈ ਨਾ ਰਾਤ ਦੀ, ਥੋੜਾ ਜਿਹਾ ਹਨੇਰਾ ਜਿਹਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਬਹੁਤ ਸੋਹਣੇ ਨਗਰ ਪਹੁੰਚ ਗਏ ਹਨ। ਕਵਿਤਾ ਤੁਲਸਾ ਜੋਦਾਸੀ ਸੋ ਦੇਖ ਹਰ ਖਾਈ ਕਹਿ ਬਹੁ ਜੀ ਵਧਾਈ ਤੁਮ ਭਰਾਤ ਆਇਓ ਜਾਨੀਐ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾਂਦੇ ਜਾਂਦੇ ਬਸ ਭਾਈ ਮਰਦਾਨਾ ਫੜ ਹੱਥ ਨਾਲ ਹੱਥ ਸਾਡਾ, ਚੱਲ ਅੱਖਾਂ ਬੰਦ ਕਰ, ਆਖ ਸਤਨਾਮ ਸ੍ਰੀ ਵਾਹਿਗੁਰੂ ਸਤ ਕਰਤਾਰ। ਉਹ ਬੇਬੇ ਦੇ ਘਰ ਦੇ ਸਾਹਮਣੇ ਆ ਖੜੇ। ਚੱਲ ਪਈ ਮਰਦਾਨਿਆਂ, ਬੇਬੇ ਦਾ ਘਰ ਆ ਗਿਆ ਹੈ ਹੁਣ। ਤਾਈ ਹਰ ਖਾਈ ਫਨ ਰਾਏ ਮਨ ਪਾਈ ਮਨ ਘਰੀ ਸੁਖਦਾਈ ਸੋਹੂ ਭਈ ਅਪਰ ਮਾਨੀਐ। ਸੋ ਤੁਲਸਾ ਦਾਸੀ ਜਿਹੜੀ ਸੀ ਉਹ ਦੇਖ ਕੇ ਬੜੀ ਖੁਸ਼ ਹੋਈ। ਆ ਕੇ ਬੇਬੇ ਨਾਨਕੀ ਜੀ ਕਹਿਣ ਲੱਗੇ ਬਹੂ ਜੀ ਵਧਾਈ ਹੋਵੇ ਤੁਹਾਡੇ ਭਰਾਤਾ ਜੀ ਆ ਗਏ ਨੇ। ਭੱਜੀ ਫਿਰ ਹਰਖਾ ਕੇ ਖੁਸ਼ ਰਹੇ। ਉਸ ਵਕਤ ਬਹੁਤ ਜ਼ਿਆਦਾ ਖੁਸ਼ ਹੋ ਕਰਕੇ ਸੋ ਜਿਸ ਪ੍ਰਕਾਰ ਕਹਿੰਦੇ ਸ਼ੇਸ਼ ਨਾਗ ਆਪਣੀ ਮਣੀ ਨੂੰ ਪ੍ਰਾਪਤ ਕਰ ਲਵੇ, ਘੜੀ ਸੁਖਦਾਈ ਹੋ ਗਈ ਉਹ ਜਦੋਂ ਮੇਰੇ ਵੀਰ ਆ ਗਏ। ਬਹੁਤ ਜ਼ਿਆਦਾ ਖੁਸ਼ ਹੋਈ। ਦੇਖ ਨਿਜ ਭਾਈ ਪਦ ਕੰਜ ਲਪਟਾਈ ਗੁਰੂ ਨਾਥ ਸੋ ਅਚਾਈ ਸਨ ਮਨ ਤਮ ਹਾਨੀਐ। ਦੇਖ ਕਰਕੇ ਉਸ ਵਕਤ ਨਿਜ ਭਾਈ ਪਦ ਪੰਕਜ ਲਪਟਾਈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਨੂੰ ਉਸ ਵਕਤ ਜਾ ਕਰਕੇ ਬੇਬੇ ਨਾਨਕੀ ਛੇਤੀ ਦੇ ਨਾਲ ਜਾ ਕੇ ਮੱਥਾ ਟੇਕਣ ਲੱਗੀ। ਗੁਰੂ ਹਾਥੋਂ ਚਾਈ ਸਨਮਾਨਤ ਮਹਾਨੀਏ। ਮਹਾਰਾਜ ਕਹਿਣ ਲੱਗੇ ਨਹੀਂ ਬੇਬੇ ਫੇਰ ਦੇਖ ਲਓ, ਤੁਹਾਨੂੰ ਮੈਂ ਕਿਹਾ ਸੀ ਤੁਸੀਂ ਮੇਰੇ ਪੈਰੀ ਹੱਥ ਨਹੀਂ ਲਾਉਣਾ ਕਿਉਂਕਿ ਮੈਂ ਤੁਹਾਡੇ ਤੋਂ 5 ਸਾਲ ਛੋਟਾ ਹਾਂ। ਵੱਡੀ ਮੇਰੀ ਭੈਣ ਹੈ, ਮੈਂ ਆਪਣੀ ਭੈਣ ਦੇ ਪੈਰੀ ਹੱਥ ਲਾ ਸਕਦਾ, ਪਰ ਬੇਬੇ ਤੂੰ ਮੇਰੇ ਪੈਰੀ ਹੱਥ ਨਾ ਲਾਇਆ ਕਰ। ਬੇਬੇ ਦੇ ਹੱਥ ਫੜ ਕੇ ਉਸ ਵਕਤ ਭੈਣ ਦੇ ਹੱਥ ਉੱਪਰ ਚੁੱਕ ਲਏ। ਬੋਲੇ ਦੁਖਦਾਈ ਕਿਨੋ ਜਾਦ ਮਨ ਮਾਹੀ ਜਾਂਤੇ ਆਇਓ ਤੁਮ ਪਾਹੀ ਨੀ ਕੇ ਹਿਰਦੈ ਪਹਿਚਾਨੀਏ। ਦੁੱਖਾਂ ਦੇ ਦਾਹਣਹਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਵਕਤ ਬੋਲੇ ਬੇਬੇ ਤੂੰ ਯਾਦ ਕੀਤਾ ਸੀ ਮਨ ਦੇ ਵਿੱਚ, ਇਸੇ ਕਰਕੇ ਅਸੀਂ ਤੁਹਾਡੇ ਕੋਲ ਬਹੁਤ ਛੇਤੀ ਦੇ ਨਾਲ ਪਹੁੰਚ ਗਏ ਆ। ਮਨ ਦੇ ਅੰਦਰ ਇਹ ਗੱਲ ਜਾਣ ਲਓ, ਪਹਿਚਾਣ ਲਓ। ਦੋਹਰਾ ਮਨ ਚ ਡਸਾਇਓ ਵੈ ਸਕੇ ਬੋਲੇ ਬਹੁਰ ਕਿਰਪਾਲ। ਸੋ ਉਸ ਵਕਤ ਸੁੰਦਰ ਪਲੰਗ ਢਾ ਦਿੱਤਾ। ਸਜ ਗਏ ਸਤਿਗੁਰੂ ਮਹਾਰਾਜ ਫੇਰ ਬਚਨ ਬੋਲੇ ਕਹੋ ਸੁਸਾ ਨਿਜ ਕਾਜ ਅਬ ਪੂਰੇ ਸੋ ਤਤਕਾਲ। ਕਹਿਣ ਲੱਗੇ ਭੈਣ ਜੀ ਹੁਣ ਦੱਸੋ ਤੁਸੀਂ ਮੈਨੂੰ ਅੱਜ ਯਾਦ ਕੀਤਾ ਤੇ ਕਿਉਂ ਕੀਤਾ, ਤੁਹਾਡੀ ਇੱਛਾ ਪੂਰੀ ਕਰੀਏ ਹੁਣ। ਕਵਿਤ ਨਾਨਕੀ ਕਹਿਤ ਚਿਤ ਚਾਹੇ ਦਰਸ਼ਨ ਹਿਤ ਕੀਨੋ ਚਿਤ ਮਿਲੇ ਬਿਨ ਬਰਖ ਬਹਾਏ ਹੈ। ਬੇਬੇ ਨਾਨਕੀ ਜੀ ਕਹਿਣ ਲੱਗੇ ਚਿੱਤ ਦੇ ਵਿੱਚ ਦਰਸ਼ਨਾਂ ਦੀ ਬਹੁਤ ਲਾਲਸਾ ਸੀ ਭਰਾ ਜੀ, ਤੁਹਾਡੇ ਦਰਸ਼ਨ ਕਰਨ ਨੂੰ ਬੜਾ ਹੀ ਮਨ ਕਰਦਾ ਸੀ ਅੱਜ ਮੇਰਾ, ਔਰ ਇਸ ਕਰਕੇ ਤੁਸੀਂ ਤਾਂ ਬਹੁਤ ਦੇਰ ਲਾ ਦਿੱਤੀ। ਕਿੰਨੇ ਸਾਲ ਹੋ ਗਏ ਤੁਹਾਨੂੰ ਤਾਂ ਗਿਆ ਨੂੰ, ਤੁਸੀਂ ਤਾਂ ਮੁੜ ਕੇ ਇੱਧਰ ਨੂੰ ਫੇਰੇ ਹੀ ਨਾ ਪਾਏ। ਭ੍ਰਾਂਤ ਨ ਵਿਸਾਰੀ ਮੋਹਿ ਮੁਕੋ ਚਾਹੇ ਦੇਖੋ ਤੋਹੇ ਐਸੇ ਕਹੇ ਆਖਨ ਤੇ ਆਸਨ ਟੋਰਾਏ ਹੈ। ਕਹਿਣ ਲੱਗੀ ਭਰਾ ਨੇ ਤਾਂ ਵਿਸਾਰ ਹੀ ਛੱਡੀ ਆਪਣੀ ਭੈਣ। ਮੈਨੂੰ ਤਾਂ ਇੰਨੀ ਚਾਹਨਾ ਸੀ ਤੁਹਾਨੂੰ ਮਿਲਣ ਦੀ ਤੇ ਤੁਸੀਂ ਮੁੜ ਕੇ ਇੱਧਰ ਨੂੰ ਫੇਰਾ ਹੀ ਨਹੀਂ ਪਾਇਆ। ਇਉਂ ਕਹਿ ਕੇ ਅੱਖਾਂ 'ਚ ਅੱਥਰੂ ਆ ਗਏ। ਮੌਸ ਮੁਖ ਹਾਥ ਸਾਧ ਬੂਝਾ ਸੁਖ ਗਾਥ ਪੁੰਨ ਹੋਵਾਂਗੇ ਸਮੀਪ ਜਾਤੇ ਤੂਰ ਨਹੀਂ ਆਏ ਹੈ। ਫਿਰ ਪਹੁੰਚ ਮੁਖ ਸਾਥ ਮੁਖ ਹਾਥ ਸਾਥ ਬੇਬੇ ਦੇ ਅੱਥਰੂ ਮਹਾਰਾਜ ਆਪ ਹੱਥਾਂ ਨਾਲ ਸਾਫ਼ ਕਰਦੇ ਨੇ। ਬੂਝਾ ਸੁਖ ਗਾਥ ਸੁਖ ਸ਼ਾਂਤ ਪੁੱਛਦੇ ਨੇ, ਹੋਵਾਂਗੇ ਸਮੀਪ ਜਾਂ ਤੇ ਤੂਰ ਨਹੀਂ ਆਏ ਹੈ। ਤੋ ਬੇਬੇ ਵੀ ਕਹਿਣ ਲੱਗੀ ਨੇੜੇ ਹੀ ਹੋਣੇ, ਕਿਤੇ ਤਾਈਓ ਆ ਗਏ ਹੋਣੇ ਆ ਜਲਦੀ। ਆਖੇ ਮਰਦਾਨਾ ਜੋਰ ਜਾਦੀ ਸੋਨ ਲੀਜੈ ਹਿਤ ਤੇਰੇ ਹੀ 1000 ਕੋਸ ਕੀਤੇ ਤਜ ਧਾਏ ਹੈ। ਭਾਈ ਮਰਦਾਨਾ ਕਹਿਣ ਲੱਗੇ ਰਜਾਦੀ ਤੋਂ ਭਾਵੇਂ ਰਾਏ ਜਾਦੀ ਸ਼ਰੀਫ ਦੀ ਬੇਟੀ ਹੁੰਦੀ। ਕਹਿੰਦੇ ਸ਼ਰੀਫ ਦੀ ਪੁੱਤਰੀ ਸੁਣ ਲੈ ਧਿਆਨ ਨਾਲ, ਐ ਨਾ ਕਹੀਂ ਮੇਰਾ ਵੀਰ ਇੱਥੇ ਕਿ ਸੀਗਾ 10 ਕਿਲੋਮੀਟਰ ਤੇ ਜਾਂ 2 ਮੀਲ ਤੇ ਸੀ ਆ ਗਿਆ। ਸੁਣ ਲੀਜੇ ਹਿਤ ਤੇਰੇ ਹੀ 1000 ਕੋਸ ਕੀਤੇ ਤਜ ਧਾਏ ਹੈ। 5000 ਕਿਲੋਮੀਟਰ ਭਾ 5000 ਮੀਲ ਇੱਥੋਂ ਜਿੱਥੋਂ ਆਏ ਆ ਅਸੀਂ, ਔਰ ਛਿਨ ਵਿੱਚ ਹੀ ਮਹਾਰਾਜ ਸੱਚੇ ਪਾਤਸ਼ਾਹ ਪਹੁੰਚ ਗਏ ਨੇ। ਇੱਕਦਮ ਜਦ ਤੂੰ ਯਾਦ ਕੀਤਾ ਉਸੇ ਵਕਤ ਹੀ ਕਹਿੰਦੇ ਬੇਬੇ ਯਾਦ ਕਰਦੀ ਹੈ।
ਸਤਿਗੁਰੂ ਅੰਤਰ ਧਿਆਨ ਹੁੰਦੇ ਹੀ ਪ੍ਰਗਟ ਹੋ ਗਏ ਇੱਥੇ ਆ ਕੇ। ਕਵਿਤਾ ਸਨ ਵਿਖੇ ਆਏ ਕਿਤੇ ਬਰਖ ਕੋ ਪੰਥ ਜਾਉ, ਨਾਨਕ ਜੀ ਨੈਣ ਕੀ ਸੈਨ ਸੋ ਨਿਵਾਰਿਆ। ਇੱਕ ਛਿਨ ਦੇ ਵਿੱਚ ਆ ਗਏ ਗੁਰੂ ਨਾਨਕ ਦੇਵ ਜੀ, ਜਿਹੜਾ ਕਿੰਨਿਆਂ ਸਾਲਾਂ ਦਾ ਰਸਤਾ ਹੈ, ਤੁਰ ਤੁਰ ਕੇ ਬੰਦਾ ਬੜੇ ਸਾਲ 'ਚ ਇੱਥੇ ਪਹੁੰਚੇ। ਨਾਨਕ ਜੀ ਨੈਣਨ ਕੀ ਸੈਨ ਸੋ ਨਿਵਾਰਿਆ। ਗੁਰੂ ਨਾਨਕ ਦੇਵ ਜੀ ਨੇ ਅੱਖਾਂ ਦੇ ਇਸ਼ਾਰੇ ਨਾਲ ਹੀ ਮਨੇ ਕਰਤਾ ਮਰਦਾਨਿਆਂ ਨਾ, ਬੇਬੇ ਨੂੰ ਨਾ ਦੱਸੀ ਕੁਛ ਵੀ ਆਪਾਂ ਕਿਵੇਂ ਆਏ ਆ। ਭਾਈ ਮਰਦਾਨਾ ਪਰ ਖੁਸ਼ੀ 'ਚ ਦੱਸ ਰਿਹਾ ਹੈ। ਸੋਦਰੀ ਸੋ ਕਾਹੈ ਚਿਤ ਚਿਤਵਨ ਪੂਰੀ ਭਈ, ਦੀਜੈ ਅਬ ਆਇ ਸਭ ਬਿਲੰਬ ਕੋ ਵਿਦਾਰੀਆ। ਭੈਣ ਜੀ ਨੂੰ ਕਹਿਣ ਲੱਗੇ ਅੱਛਾ ਹੁਣ ਮਿਲ ਗਿਲ ਲੈ, ਚਿੱਤ ਦੀ ਇੱਛਾ ਪੂਰੀ ਹੋ ਗਈ, ਸਾਨੂੰ ਆ ਗਿਆ ਹੁਣ, ਫਿਰ ਦੇਰੀ ਤੋਂ ਬਿਨਾਂ ਹੀ ਅਸੀਂ ਵਾਪਸ ਜਾਣਾ, ਕੋਈ ਕੰਮ ਹੈ ਸਾਨੂੰ। ਜੀਜੈ ਆਗੇ ਬਿਨਾ ਕੀਜੈ ਖੁਸ਼ੀ ਕਹਿ ਦੀਜੈ, ਤੁਮ ਪੰਥ ਪਰ ਠਾਂਡੇ ਹਮ ਤੇ ਨੈਣ ਕਰ ਆਸਨ ਕੋ ਢਾਰੀਆ। ਸੋ ਕਹਿਣ ਲੱਗੇ ਜੀਜਾ ਜੀ ਅੱਗੇ ਬੇਨਤੀ ਕਰ ਦਿਓ, ਖੁਸ਼ੀ ਕਹਿ ਦਿਓ ਵੀ ਸਾਡੀ ਬੜੀ ਖੁਸ਼ੀ ਆ, ਪੰਥ ਪਰ ਠਾਂਡੇ ਹਮ ਚਹਿਤ ਪਧਾਰੀਆ, ਅਸੀਂ ਰਸਤੇ 'ਚ ਖੜੇ ਹਾਂ, ਅਸੀਂ ਜਾਣਾ ਚਾਹੁੰਦੇ ਹਾਂ। ਐਸੇ ਸੁਨ ਬੈਨ ਭਇਓ ਹੀਓ ਬਿਨ ਚੈਨ ਬਹੁ ਰੋਦਨ ਤੇ ਨੈਣ ਕਰ ਆਸਨ ਕੋ ਢਾਰੀਆ। ਆਈ ਜੀ ਗੱਲ ਸੁਣ ਕੇ ਬੇਬੇ ਰੋਣ ਲੱਗ ਪਈ। ਲੈ ਹੁਣ ਆਏ ਤੇ ਹੁਣੇ ਚੱਲੇ, ਇੰਨੇ ਸਾਲਾਂ ਬਾਅਦ ਆਏ ਹੋ ਤੁਸੀਂ, ਫੇਰ ਅੱਖਾਂ ਵਿੱਚੋਂ ਬਹੁਤ ਅੱਥਰੂ ਆ ਗਏ ਹਨ। ਕਵਿਤਾ ਸ੍ਰੀ ਚੰਦ ਆਨ ਕੀਨ ਠਾਂਡੋ ਅਬਗਾਨ, ਜਬ ਮੰਦੇ ਮੈਂ ਦੁਪਾਨ ਤਬ ਬੈਨ ਕੋ ਬਖਾਨੀਆਂ। ਸੋ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਨੂੰ ਲਿਆ ਕੇ ਫਿਰ ਅੱਗੇ ਖੜੇ ਕਰ ਦਿੱਤਾ, ਦੋਵੇਂ ਹੱਥ ਜੋੜ ਕਰਕੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਬਚਨ ਕਹੇ ਇਸ ਪ੍ਰਕਾਰ। ਸੋਦਰੀ ਰੁਦਨ ਬਿਲ ਖਾਤ ਹੈ ਬਦਨ ਨਹੀਂ ਜੀਜਾ ਹੈ, ਸਦਨ ਆਜ ਰਹੋ ਨਾ ਪਿਆਨਿਆ। ਉਸ ਵਕਤ ਕਹਿਣ ਲੱਗੇ, ਭੈਣ ਰੋ ਕੇ ਬਿਰਲਾਪ ਕਰਦੀ ਹੈ, ਮੁੱਖੋਂ ਇਹ ਬਚਨ ਕਿਹਾ ਕਿ ਦੇਖੋ ਤੁਹਾਡੇ ਜੀਜਾ ਜੀ ਵੀ ਘਰ ਨਹੀਂ ਹਨ, ਭਾਈਆ ਜੈ ਰਾਮ ਜੀ, ਤੇ ਅੱਜ ਰਹੋ ਨਾ ਜਾਓ ਅੱਜ ਤੁਸੀਂ। ਗੁਰੂ ਗਤ ਦੈਨ ਰਹੇ ਨਾਨਕੀ ਕੇ ਐਨ ਰਹਿਨ, ਮੇਰੇ ਬੈਨ ਸੋਨੇ ਤਬ ਸੁਖ ਦਾਨ ਮਾਨਿਆ। ਕਲਿਆਣ ਦੇਣ ਹਾਰੇ ਗੁਰੂ ਨਾਨਕ ਦੇਵ ਜੀ ਬੇਬੇ ਨਾਨਕ ਜੀ ਦੇ ਗ੍ਰਹਿ ਵਿਖੇ ਫਿਰ ਰਹਿ ਪਏ, ਬੇਨਤੀ ਪ੍ਰਵਾਨ ਕਰ ਲਈ। ਮੇਰੇ ਬੈਨ ਸੁਨੇ ਤਬ ਸੁਖ ਦਾਨ ਮਾਨੀਆਂ, ਮੇਰੇ ਬਚਨ ਸੁਣ ਕਰਕੇ ਉਸ ਵਕਤ ਕਹਿੰਦੇ ਬਹੁਤ ਹੀ ਸੁਖ ਮੰਨਿਆ। ਕਵਲ ਵਦਨ ਸੋਠ ਗਿਆਨ ਕੋ ਸਦਨ, ਦਾਸ ਮੋਹ ਕੋ ਕਦਨ ਦਰਸ਼ਨ ਦੁਖ ਹਾਨਿਆ। ਕਮਲ ਬਦਨ ਗੁਰੂ ਨਾਨਕ ਦੇਵ ਜੀ ਸੁਠ ਹੁੰਦਾ, ਸੁੰਦਰ ਗਿਆਨ ਦੇ ਘਰ ਜੋ ਨੇ, ਦਾਸਾਂ ਦੇ ਮੋਹ ਨੂੰ ਕੱਟਣ ਵਾਲੇ, ਜਿਨ੍ਹਾਂ ਦੇ ਦਰਸ਼ਨ ਕਰਕੇ ਦੋਖ ਹਾਨੀਆਂ, ਦੋਖ ਨਾਸ ਹੁੰਦੇ ਨੇ। ਐਸੀ ਬੇਨਤੀ ਪ੍ਰਵਾਨ ਕਰ ਲਈ ਬੇਬੇ ਨਾਨਕ ਜੀ ਦੇ ਪਾਸ। ਰਹਿ ਪਏ ਨੇ, ਮੋਹ ਤਾਂ ਜਰਾ ਵੀ ਹੈ ਨਹੀਂ ਮਨ ਦੇ ਅੰਦਰ, ਪਰ ਜਦੋਂ ਕੋਈ ਬੇਨਤੀਆਂ ਕਰਦਾ ਹੈ ਸਤਿਗੁਰੂ ਮਹਾਰਾਜ ਪ੍ਰਵਾਨ ਕਰ ਲੈਂਦੇ ਨੇ। ਇਸ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਇਤਿਹਾਸ ਸ਼ਰਵਣ ਕੀਤਾ ਜੋ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕੱਲ ਨੂੰ ਸ਼ਰਵਣ ਕਰਾਂਗੇ ਅੱਗੇ ਕਿਸ ਪ੍ਰਕਾਰ ਬਖਸ਼ਿਸ਼ਾਂ ਕਰਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਇਤਿਹਾਸ ਹੈ ਇਹ ਸ਼ਰਵਣ ਕੀਤਾ ਪਿਆਰ ਸਤਿਕਾਰ ਦੇ ਨਾਲ। ਜਿਵੇਂ ਗੁਰੂ ਨਾਨਕ ਦੇਵ ਨੇ ਦੁਨੀਆ ਤਾਰੀ, ਸ੍ਰਿਸ਼ਟੀ ਨੂੰ ਤਾਰਿਆ, ਉਹ ਸੁਣ ਕੇ ਹੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿਵੇਂ ਕਿਵੇਂ ਸਤਿਗੁਰੂ ਮਹਾਰਾਜ ਨੇ ਕਿੱਥੇ ਕਿੱਥੇ ਕੀ ਕੌਤਕ ਵਰਤਾਏ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਿੱਧਾਂ ਨੇ ਬਚਨ ਕੀਤਾ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਵੱਡੀ ਕਮਾਈ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ। ਵਾਹਿਗੁਰੂ 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 ਵਾਹਿਗੁਰੂ